ਭਲਿੰਦਰ ਸਿੰਘ ਗਰਮਾਨੀ ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਜ਼ਰੀਆ। ਆਮ ਤੌਰ ਤੇ ਜੇਕਰ ਕਿਸੇ ਥਾਂ ਤੇ ਅੱਗ ਲੱਗਦੀ ਹੈ ਤਾਂ ਲੋਕ ਇਕੱਠੇ ਹੋ ਕੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਵਿਖਾਈ ਦਿੰਦੇ ਨੇ। ਜੀ ਹਾਂ, ਪਰ ਪੰਜਾਬ ਸਮੇਤ ਕਈ ਥਾਵਾਂ ਤੇ ਇਹ ਸਥਿਤੀ ਅੱਜ ਉਲਟ ਹੁੰਦੀ ਵਿਖਾਈ ਦੇ ਰਹੀ ਹੈ। ਇੱਥੇ ਕਿਸਾਨ ਖੁਦ ਹੀ ਆਪਣੇ ਖੇਤਾਂ ਵਿੱਚ ਅੱਗ ਲਗਾ ਰਹੇ ਨੇ। ਝੋਨੇ ਦੀ ਫਸਲ ਕੱਟਣ ਤੋਂ ਬਾਅਦ ਅਗਲੀ ਫਸਲ ਲਈ ਖੇਤ ਨੂੰ ਤਿਆਰ ਕਰਨਾ ਮੌਜੂਦਾ ਕਿਸਾਨਾਂ ਲਈ ਸਭ ਤੋਂ ਵੱਡਾ ਮਸਲਾ ਮੰਨਿਆ ਜਾ ਰਿਹਾ ਹੈ। ਫਸਲ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਪਈ ਪਰਾਲੀ ਨੂੰ ਆਮ ਤੌਰ ਤੇ ਕਿਸਾਨ ਪਹਿਲਾਂ ਅੱਗ ਲਗਾ ਕੇ ਖਤਮ ਕਰਦਾ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਖਤ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਪਰਾਲੀ ਨੂੰ ਅੱਗ ਲਗਾਉਣ ਤੇ ਪੂਰੀ ਤਰ੍ਹਾਂ ਨਾਲ ਹੁਣ ਰੋਕ ਲਗਾ ਰੱਖੀ ਹੈ। ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਜੁਰਮਾਨੇ ਦੀ ਤਜਵੀਜ਼ ਵੀ ਕੀਤੀ ਗਈ ਹੈ। ਪਰ ਸਵਾਲ ਇਹ ਹੈ ਕਿ ਆਖਰ ਕਿਸਾਨ ਆਪਣੀ ਪਰਾਲੀ ਨੂੰ ਸਾੜਦੇ ਕਿਉਂ ਨਹੀਂ, ਆਪਣੇ ਖੇਤਾਂ ਵਿੱਚ ਅੱਗ ਕਿਉਂ ਲਗਾਉਂਦੇ ਨੇ? ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਖੇਤ ਨੂੰ ਅਗਲੀ ਫਸਲ ਲਈ ਤਿਆਰ ਕਰਨ ਲਈ ਪਰਾਲੀ ਨੂੰ ਅੱਗ ਲਗਾਏ ਬਿਨਾਂ ਗੁਜ਼ਾਰਾ ਹੀ ਨਹੀਂ ਹੈ। ਕਿਸਾਨਾਂ ਮੁਤਾਬਕ ਝੋਨੇ ਦੀ ਕੰਬਾਈਨ ਨਾਲ ਕਟਾਈ ਤੋਂ ਬਾਅਦ ਕਾਫੀ ਰਹਿੰਦ ਖੂੰਹਦ ਜਿਹੜੀ ਹੈ ਕਰਨਾ ਬੇहद ਉਸ ਨੂੰ ਖਤਮ ਕਰਨਾ ਬੇहद ਮੁਸ਼ਕਿਲ ਹੈ। ਸਰਕਾਰ ਇਹ ਵੀ ਕਹਿ ਰਹੀ ਹੈ ਕਿ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਦਿਓ, ਪਰ ਇਸ ਨਾਲ ਕਣਕ ਦੀ ਫਸਲ ਦੀ ਬਿਜਾਈ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਜੀ ਹਾਂ, ਕਿਸਾਨਾਂ ਦਾ ਲਗਾਤਾਰ ਇਸ ਮਾਮਲੇ ਸੰਬੰਧੀ ਇਹ ਕਹਿਣਾ ਹੈ, ਕਿਉਂਕਿ ਪਰਾਲੀ ਨੂੰ ਖੇਤ ਵਿੱਚ ਵਾਹੁਣ ਲਈ ਹਰ ਕਿਸਾਨ ਕੋਲ ਮਸ਼ੀਨ ਮੌਜੂਦ ਨਹੀਂ ਹੈ ਅਤੇ ਨਾ ਹੀ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਸਾਧਨ ਮੁਹੱਈਆ ਕਰਵਾਇਆ ਗਿਆ। ਮੌਜੂਦਾ ਸਮੇਂ ਵਿੱਚ ਕਿਸਾਨਾਂ ਦੇ ਮਾਲੀ ਹਾਲਾਤ ਵੀ ਬੇहद ਨਾਜ਼ੁਕ ਨੇ, ਜਦਕਿ ਸਰਕਾਰ ਪਰਾਲੀ ਦੀ ਸਾਂਭ ਸੰਭਾਲ ਲਈ ਜੋ ਸੁਝਾਅ ਦਿੰਦੀ ਹੈ ਉਹ ਮਹਿੰਗੇ ਅਤੇ ਫਿਰ ਹਕੀਕਤ ਤੋਂ ਦੂਰ ਹੁੰਦੇ ਜਾਪਦੇ ਨੇ। ਪਰ ਇਹਨਾਂ ਗੱਲਾਂ ਵਿੱਚ ਕਿੰਨੀ ਹਕੀਕਤ ਹੈ, ਇਹ ਲੋਕ ਉਹੀ ਦੱਸ ਸਕਦੇ ਨੇ ਜੋ ਇਹਨਾਂ ਮੁਸੀਬਤਾਂ ਨੂੰ ਚੰਗੀ ਤਰ੍ਹਾਂ ਨਾ ਸਿਰਫ ਜਾਣਦੇ ਹੋਣ ਬਲਕਿ ਸਮਝਦੇ ਵੀ ਹੋਣ। ਸੋ ਇਸੇ ਨਾਲ ਸਾਡੇ ਨਾਲ ਅੱਜ ਖਾਸ ਮਹਿਮਾਨ ਮੌਜੂਦ ਨੇ। ਉਹਨਾਂ ਦਾ ਤਾਰਫ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਕਰਾਵਾਂਗਾ। ਸਰਦਾਰ ਸਤਨਾਮ ਸਿੰਘ ਪੰਨੂ ਸਾਹਿਬ ਸਾਡੇ ਨਾਲ ਮੌਜੂਦ ਨੇ, ਜੋ ਕਿ ਸੂਬਾ ਪ੍ਰਧਾਨ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ। ਸੋ ਸਤਨਾਮ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਨਜ਼ਰੀਆ ਵਿੱਚ। ਜੀ ਸਤਨਾਮ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪਿਛਲੇ ਤਕਰੀਬਨ 20 ਸਾਲਾਂ ਦੀ ਗੱਲ ਕਰੀਏ ਤਾਂ ਮੈਂ ਪਿਛਲੇ 20 ਸਾਲਾਂ ਤੋਂ ਮੀਡੀਆ ਵਿੱਚ ਹਾਂ ਔਰ ਹਰ ਸਾਲ ਦਰ ਸਾਲ ਬੀਤਦਾ ਚਲਾ ਗਿਆ, ਲੇਕਿਨ ਹਰ ਸਾਲ ਅਸੀਂ ਇਹ ਖਬਰਾਂ ਜ਼ਰੂਰ ਨਸ਼ਰ ਕਰਦੇ ਹਾਂ ਕਿ ਕਿਸੇ ਨਾ ਕਿਸੇ ਖੇਤ ਵਿੱਚ ਅੱਗ ਲੱਗ ਗਈ ਹੈ, ਕਿਸਾਨ ਨੂੰ ਮੁਸ਼ਕਲਾਂ ਦਰਪੇਸ਼ ਨੇ, ਪਰਾਲੀ ਨੂੰ ਸੰਭਾਲਣ ਦੀ ਉਸ ਕੋਲ ਜਿਹੜੀ ਹੈ ਸਮਰੱਥਾ ਨਹੀਂ ਹੈ ਔਰ ਪਰਾਲੀ ਨੂੰ ਸੰਭਾਲਣ ਦਾ ਇੱਕੋ ਇੱਕ ਜ਼ਰੀਆ ਜਿਹੜਾ ਹੈਗਾ ਉਹ ਹੈ ਅੱਗ ਲਗਾਉਣਾ। ਕੀ ਇਹ ਸਾਲ ਦਰ ਸਾਲ ਇਸੇ ਤਰ੍ਹਾਂ ਸਿਲਸਿਲਾ ਵੱਧਦਾ ਚਲਾ ਜਾਏਗਾ ਜਾਂ ਇਸ ਦਾ ਕੋਈ ਅੰਤ ਵਿਖਾਈ ਦਿੰਦਾ ਤੁਹਾਨੂੰ? ਇਹ ਦੇਖੋ, ਪੰਜਾਬ ਦੇ ਵਿੱਚ ਏਡੀ ਵੱਡੀ ਪੱਧਰ ਦੇ ਉੱਤੇ ਝੋਨੇ ਦੀ ਫਸਲ ਹੋ ਰਹੀ ਆ ਤੇ ਉਨੀ ਹੀ ਪਰਾਲੀ ਦੀ ਹੋ ਰਹੀ ਆ। 2 ਕਰੋੜ ਟਨ ਦੇ ਲਗਭਗ ਪਰਾਲੀ ਪੈਦਾ ਹੁੰਦੀ ਆ ਤੇ ਉਹ 2 ਕਰੋੜ ਟਨ ਪਰਾਲੀ ਕਿਸਾਨ ਕਿਸ ਤਰ੍ਹਾਂ ਉਹਨੂੰ ਨਸ਼ਟ ਕਰਨਾ, ਉਹਨਾਂ ਦੇ ਵੱਸ ਦਾ ਰੋਗ ਨਹੀਂ। ਉਹ ਫਿਰ ਉਹਨੂੰ ਅੱਗ ਲਗਾਉਂਦੇ ਆ, ਹੋਰ ਉਹਦਾ ਕੋਈ ਹੱਲ ਨਹੀਂ ਦੀਦਾ। ਅਸੀਂ ਪਿਛਲੇ ਬੜੇ ਲੰਮੇ ਸਮੇਂ ਤੋਂ ਮੁਆਵਜ਼ਾ ਮੰਗ ਰਹੇ ਹਾਂ ਵੀ ਇਹਦਾ ਤੁਸੀਂ ਜਾਂ 200 ਰੁਪਇਆ ਪ੍ਰਤੀ ਕੁਇੰਟਲ ਦੇ ਦਿਓ, ਬੋਨਸ ਦੇ ਦਿਓ, ਜਾਂ 6000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦੇ ਦਿਓ। ਕਿਸਾਨ ਦੀ ਉਹ ਆਪਣੀ ਪਰਾਲੀ ਸੰਭਾਲ ਲਏਗਾ, ਉਹਦੀ ਸੰਭਾਲ ਦੇ ਵਾਸਤੇ, ਪਰਾਲੀ ਦੀ ਸੰਭਾਲ ਵਾਸਤੇ ਉਹਨੂੰ ਪੈਸੇ ਚਾਹੀਦੇ ਆ, ਉਹਦਾ ਖਰਚਾ ਆਉਂਦਾ ਵਾ, ਤੇ ਉਹ ਤੁਸੀਂ ਇਹਨਾਂ ਦੇ ਦਿਓ। ਪਰ ਇਹਨਾਂ ਨੇ ਅੱਜ ਤੱਕ ਕਦੀ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ। ਪਿਛਲੀ ਵਾਰੀ ਜਦੋਂ ਇਹ ਸੁਪਰੀਮ ਕੋਰਟ 'ਚ ਕੇਸ ਗਿਆ ਵਾ, ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਕਿ 2500 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਨਾਲ ਇਹਨਾਂ ਨੂੰ ਮੁਫਤ ਸੰਦ ਦਿੱਤੇ ਜਾਣ। 2.5 ਏਕੜ ਤੋਂ ਜਿਹੜੇ ਕਿਸਾਨ ਆ, 5 ਏਕੜ ਤੋਂ ਘੱਟ ਵਾਲੇ, ਉਹਨਾਂ ਨੂੰ ਮੁਫਤ ਸੰਦ ਦਿੱਤੇ ਜਾਣ। ਪਰ ਉਹ ਚੋਂ ਕੋਈ ਵੀ ਫੈਸਲਾ ਨਾ ਮੁਫਤ ਸੰਦ ਮਿਲੇ, ਨਾ 2500 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਮਿਲਿਆ। ਕਿਸਾਨ ਦੀ ਮਜਬੂਰੀ ਆ, ਉਹ ਨਹੀਂ ਦੀ ਮਜਬੂਰੀ ਆ। ਫਿਰ ਜਿਹੜਾ ਇਹ ਕਿਸਾਨ ਦੀ ਪਰਾਲੀ ਦੇ ਨਾਲ ਪੋਲਿਊਸ਼ਨ ਆ ਸਿਰਫ 6% ਹੋ ਰਿਹਾ। ਇਹ ਸਿਰਫ 6% ਪੋਲਿਊਸ਼ਨ ਆ, ਜਦੋਂ ਕਿ 51% ਪੋਲਿਊਸ਼ਨ ਜਿਹੜਾ ਉਹ ਤੇ ਉਦਯੋਗਾਂ ਤੋਂ ਹੋ ਰਿਹਾ, ਸੰਤਕਾਰਾਂ ਜਿਹੜੇ ਹੈਗੇ ਆ ਲੱਗੇ ਹੋਏ ਆ ਕਾਰਖਾਨੇ, ਉਹਨਾਂ ਤੋਂ ਹੋ ਰਿਹਾ। ਇਸੇ ਤਰੀਕੇ ਨਾਲ ਜਿਹੜੀਆਂ ਕਾਰਾਂ, ਮੋਟਰ ਗੱਡੀਆਂ ਸੜਕਾਂ ਤੇ 25% ਉਹਨਾਂ ਤੋਂ ਹੋ ਰਿਹਾ। ਬਾਕੀ ਜਿਹੜਾ ਲੋਕ ਘਰਾਂ ਤੋਂ ਹੋ ਰਿਹਾ। ਤੇ ਜਿਹੜਾ ਸਿਰਫ ਇਹਨਾਂ ਨੂੰ 6% ਪ੍ਰਦੂਸ਼ਣ ਕਿਸਾਨਾਂ ਦਾ ਦਿਸ ਰਿਹਾ, ਉਹ 94% ਨਹੀਂ ਦਿਸ ਰਿਹਾ। ਇਹ ਲਗਾਤਾਰ ਕਿਸਾਨਾਂ ਤੇ ਦਬਾਅ ਬਣਾ ਰਿਹਾ, ਜਿਹੜਾ ਕਿ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੱਕਾ। ਅਸੀਂ ਅੱਜ ਵੀ ਮੰਗ ਕਰਦੇ ਹਾਂ, ਲਿਓ ਕਿਸਾਨਾਂ ਨੂੰ ਮੁਆਵਜ਼ਾ ਦੇ ਦਿਓ। 2500 ਵੀ ਨਹੀਂ ਰੁਪਇਆ ਦਿੱਤਾ ਤੁਸੀਂ, ਅਸੀਂ 6000 ਦੀ ਮੰਗਿਆ, ਕਿਸਾਨਾਂ ਨੂੰ ਦਿਓ ਤੇ ਸਹੀ ਕੁਛ। ਕਿਸਾਨ ਕੋਈ ਅੱਗ ਨਹੀਂ ਲਾਊਗਾ, ਪਰ ਜੇ ਤੁਸੀਂ ਮੁਆਵਜ਼ਾ ਨਹੀਂ ਦੇ ਰਹੇ, ਕਿਸਾਨ ਦੀ ਮਜਬੂਰੀ ਆ। ਅੱਜ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਨੂੰ ਸਬਕ ਸਿਖਾਉਣ ਵਾਸਤੇ ਬਹੁਤ ਕਾਹਲੀ ਦੇ ਵਿੱਚ ਜਿਹੜਾ ਆਰਡੀਨੈਂਸ ਜਾਰੀ ਕੀਤਾ ਕਿ 5 ਸਾਲ ਦੀ ਕੈਦ ਹੋਵੇਗੀ ਤੇ ਨਾਲ 1 ਕਰੋੜ ਰੁਪਇਆ ਜੁਰਮਾਨਾ ਹੋਊਗਾ ਕਿਸਾਨ ਨੂੰ।
ਉਹ ਜੀ ਉਹ ਕਿਸਾਨਾਂ ਦੇ ਨਾਲ ਅਸੀਂ ਕਹਿੰਦੇ ਧੱਕਾ ਵਾ, ਕਿਸਾਨਾਂ ਨੂੰ ਸਬਕ ਸਿਖਾਉਣ ਵਾਸਤੇ ਕੀਤਾ ਗਿਆ। ਪਹਿਲਾਂ ਖੇਤੀ ਦੇ ਆਰਡੀਨੈਂਸ ਕੀਤੇ ਆ, ਹੁਣ ਇਹ ਆਰਡੀਨੈਂਸ ਕੀਤਾ। ਇਸ ਲਈ ਅਸੀਂ ਇਹਦੀ ਨਿਖੇਧੀ ਵੀ ਕਰਦੇ ਆ ਕੇਂਦਰ ਸਰਕਾਰ ਦੀ, ਇਹ ਜਿਹੜਾ ਕੀਤਾ, ਤੇ ਉਹਨੂੰ ਕਿਸਾਨ ਚੈਲੰਜ ਵੀ ਕਬੂਲ ਕਰਨਗੇ। ਅਸੀਂ ਜਿਹੜਾ ਵਾ ਕੋਈ ਜੁਰਮਾਨਾ ਵੀ ਨਹੀਂ ਭਰਾਂਗੇ, ਕੋਈ ਪੂਰਾ ਇਹਦਾ ਡਟ ਕੇ ਮੁਕਾਬਲਾ ਵੀ ਕਰਾਂਗੇ। ਨਾਲ ਅਸੀਂ ਮੰਗ ਵੀ ਕਰਦੇ ਆ ਵੀ ਜਿਹੜਾ ਜੋ ਪਰਾਲੀ ਦੇ ਪ੍ਰਦੂਸ਼ਣ ਤੇ ਕਿਸਾਨਾਂ ਵਾਸਤੇ ਉਹ ਕੀਤਾ ਗਿਆ ਉਹ ਵਾਪਸ ਲਿਆ ਜਾਵੇ। ਤੇ ਇਧਰਲੇ ਬੰਨੇ ਜਿਹੜੇ 94% ਆ ਉਹ ਇਹਨਾਂ ਨੂੰ ਬਿਲਕੁਲ ਨਹੀਂ ਦੱਸ ਰਹੇ। ਜਿਹੜੇ ਕਿ ਪਾਣੀ ਥੱਲੇ ਗੰਦਾ ਕਰਤਾ ਉਹਨਾਂ ਨੇ ਹਵਾ ਪ੍ਰਦੂਸ਼ਣ ਵੀ ਕਰਤਾ ਵਾ, ਉਹ ਇਹਨਾਂ ਨੂੰ ਬਿਲਕੁਲ ਨਹੀਂ ਦਿਸ ਰਿਹਾ। ਇਸ ਕਰਕੇ ਇਸ ਕਿਸਾਨਾਂ ਦੇ ਨਾਲ ਜਿਹੜੀ ਆ ਬੜੀ ਵੱਡੀ ਬੇਇਨਸਾਫੀ ਆ। ਸਤਨਾਮ ਸਿੰਘ ਜੀ, ਸਾਫ਼ ਤੌਰ ਤੇ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਕਿਉਂਕਿ ਤੁਹਾਡੇ ਗੱਲਾਂ ਵਿੱਚ ਮੈਨੂੰ ਬੜੀ ਹੋਰ ਟਾਈਪ ਦੀਆਂ ਹੋਰ ਗੱਲਾਂ ਵਿਖਾਈ ਦੇ ਰਹੀਆਂ ਨੇ। ਇੱਕ ਸਵਾਲ ਦਾ ਸਵਾਲ ਵੀ ਤੁਹਾਡੇ ਤੋਂ ਜ਼ਰੂਰ ਕਰਾਂਗਾ, ਪਰ ਇੱਕ ਸਵਾਲ ਜਿਹੜਾ ਹੈਗਾ ਕੜਵਾ ਹੈਗਾ, ਪਰ ਇੱਕ ਸੱਚਾਈ ਵੀ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ। ਕੀ ਤੁਸੀਂ ਅਸੀਂ ਫੇਵਰ ਵਿੱਚ ਹੋ ਕਿ ਖੇਤਾਂ ਵਿੱਚ ਜਿਹੜੀ ਅੱਗ ਲਗਾਈ ਜਾਂਦੀ ਹੈ, ਜੋ ਅਸੀਂ ਤਸਵੀਰਾਂ ਦਿਖਾ ਰਹੇ ਆਪਣੇ ਦਰਸ਼ਕਾਂ ਨੂੰ ਟੀਵੀ ਸਕਰੀਨ ਤੇ, ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਹੈ ਜਾਇਜ਼ ਗੱਲ ਹੈਗੀ ਹੈ? ਨਹੀਂ, ਅਸੀਂ ਇਹਨੂੰ ਜਾਇਜ਼ ਨਹੀਂ ਮੰਨਦੇ, ਪਰ ਇਹਦਾ ਹੱਲ ਸਰਕਾਰ ਕੱਢੇ। ਇਹਦਾ ਹੱਲ ਸਰਕਾਰ ਕੱਢੇ। ਸੁਪਰੀਮ ਕੋਰਟ ਨੇ ਜਦੋਂ ਕਹਿਤਾ ਇਹਨੂੰ 2500 ਰੁਪਏ ਦੇ ਦਿਓ, ਫਿਰ ਕਿਉਂ ਨਹੀਂ ਦੇ ਰਹੇ? ਅਸੀਂ 6000 ਮੰਗ ਰਹੇ ਹਾਂ, ਸਰਕਾਰ ਹੱਲ ਕਰ ਰਹੀ। ਕੇਂਦਰ ਦੀ ਸਰਕਾਰ ਕਿਉਂ ਨਹੀਂ ਕਰ ਰਹੀ? ਪੰਜਾਬ ਦੀ ਸਰਕਾਰ ਕਿਉਂ ਨਹੀਂ ਕਰ ਰਹੀ? ਦੋਵੇਂ ਸਰਕਾਰਾਂ ਮਿਲ ਕੇ ਵੀ ਕਰ ਸਕਦੀਆਂ, ਇਹ ਕਿਉਂ ਨਹੀਂ ਕਰ ਰਹੇ? ਜਦੋਂ ਕਿਸਾਨ ਕੋਲ ਪੰਜਾਬ ਸਰਕਾਰ ਵੀ ਵਾਰ-ਵਾਰ ਕਹਿੰਦੀ ਹੈ। ਇਸ ਤੋਂ ਇਲਾਵਾ ਪੀਏਯੂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕਰੀਏ, ਉੱਥੋਂ ਦੇ ਜਿਹੜੇ ਸਾਇੰਸਦਾਨ ਹੈਗੇ ਨੇ ਉਹ ਵੀ ਵਾਰ-ਵਾਰ ਇਹੀ ਗੱਲਾਂ ਕਰਦੇ ਨੇ ਕਿ ਕਈ ਮਸ਼ੀਨਾਂ ਐਸੀਆਂ ਹੈਗੀਆਂ ਨੇ, ਜਾਂ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਸੰਪਰਕ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ, ਕਿਸਾਨਾਂ ਦੀ ਮਦਦ ਕਰਾਂਗੇ, ਪਰ ਰੱਬ ਦਾ ਵਾਸਤਾ ਹੈ ਕਿ ਅਜਿਹੀਆਂ ਪ੍ਰਦੂਸ਼ਣ ਜਿਹੜੀਆਂ ਹਵਾਵਾਂ ਹੁੰਦੀਆਂ ਨੇ ਇਹ ਨਾ ਲਗਾਓ, ਖੇਤਾਂ ਵਿੱਚ ਅੱਗ ਨਾ ਲਗਾਓ। ਤਾਂ ਕਿਸਾਨ ਕਿਉਂ ਨਹੀਂ ਸਮਝ ਪਾਉਂਦੇ? इधर देखो, जो यूनिवर्सिटी वाले कह रहे हैं वो थले ग्राउंड लेवल ते लागू नहीं हैगा। किसी ਨੂੰ ਕੋਈ ਸੰਦ ਨਹੀਂ ਮਿਲ ਰਹੇ, ਕੋਈ ਸਬਸਿਡੀ ਨਹੀਂ ਮਿਲ ਰਹੀ। ਉਹ ਸੰਦ ਜਿਹੜੇ ਮਿਲ ਰਹੇ ਆ ਉਹ ਐਡੇ ਮਹਿੰਗੇ ਆ ਉਹ ਸੰਦ ਵੀ ਉਹ ਕਿਸਾਨ ਦੀ ਪਹੁੰਚ ਤੋਂ, ਜਿਹੜਾ ਛੋਟਾ ਕਿਸਾਨ 5 ਏਕੜ ਵਾਲਾ ਵਾ, ਉਹਦੀ ਪਹੁੰਚ ਤੋਂ ਬਾਹਰ ਆ। ਉਹ ਐਡਾ ਵੱਡਾ ਟਰੈਕਟਰ ਨਹੀਂ ਲੈ ਸਕਦਾ, ਉਹ ਸੰਦ ਨਹੀਂ ਲੈ ਸਕਦਾ, ਵਰਤ ਨਹੀਂ ਸਕਦਾ। ਇਹ ਜਿਹੜੀਆਂ ਗੱਲਾਂ ਵਾ ਇਹ ਹਵਾ ਦੇ ਵਿੱਚ ਗੱਲਾਂ ਹੋ ਰਹੀਆਂ, ਗਰਾਊਂਡ ਲੈਵਲ ਤੇ ਕੋਈ ਨਹੀਂ ਹੈਗਾ। ਇਸ ਕਰਕੇ ਜਿੰਨਾ ਚਿਰ ਤੱਕ ਸਰਕਾਰ ਇਹਦਾ ਮੁਆਵਜ਼ਾ ਨਹੀਂ ਦਿੰਦੀ, ਇਹਦਾ ਕਿਸਾਨ ਨੂੰ ਕੋਈ ਸੰਭਾਲ ਵਾਸਤੇ ਕੋਈ ਪੈਸੇ ਨਹੀਂ ਦਿੰਦੀ, ਉਹਨਾਂ ਚਿਰ ਕਿਸਾਨ ਦੀ ਇਹ ਮਜਬੂਰੀ ਰਹਿਣੀ ਆ। ਇਹ ਮਜਬੂਰੀ ਦੇ ਵਿੱਚ ਕਿਸਾਨ ਅੱਗ ਲਾਉਂਦਾ ਵਾ। ਇਹ ਕਦੇ ਕੋਈ ਉਤਰਾ ਕੋਈ ਨਹੀਂ ਲਾਉਂਦਾ, ਸਿਰਫ ਉਹਨੂੰ ਮਜਬੂਰੀ ਆ। ਕਿਸਾਨ ਅੱਗ ਲਾਉਣਾ ਵੀ ਨਹੀਂ ਚਾਹੁੰਦਾ, ਕਿਸਾਨ ਨਹੀਂ ਅੱਗ ਲਾਉਣਾ ਚਾਹੁੰਦਾ। ਕਿਸਾਨ ਤੇ ਵਾਤਾਵਰਨ ਨੂੰ ਬਚਾਉਂਦਾ ਵਾ। ਜਿਹੜੀ 6 ਮਹੀਨੇ ਫਸਲ ਪਾਲਦਾ ਉਹ ਆਕਸੀਜਨ ਪੈਦਾ ਕਰਦੀ ਆ। ਕਿਸਾਨ ਤੁਹਾਡੀ ਗੱਲ ਮੰਨ ਲੈਂਦੇ ਸਤਨਾਮ ਸਿੰਘ ਜੀ, ਇੱਥੇ ਅਸੀਂ ਤੁਹਾਡੀ ਵੀ ਗੱਲ ਮੰਨ ਲੈਂਦੇ। ਤੁਸੀਂ ਗੱਲ ਕੀਤੀ ਹੈ ਸਬਸਿਡੀ ਦੀ, ਜੇਕਰ 2500 ਸਬਸਿਡੀ ਦਿੰਦੇ ਨੇ, ਉਸ ਤੋਂ ਬਾਅਦ ਕੀ ਹੋਏਗਾ? ਉਸ ਤੋਂ ਬਾਅਦ ਤੁਹਾਡਾ ਕੀ ਲੱਗਦਾ ਕੀ ਹੱਲ ਨਿਕਲ ਸਕਦਾ? ਨਹੀਂ ਜੀ, ਅਸੀਂ ਇਹਨੇ 2500 ਰੁਪਇਆ ਸੁਪਰੀਮ ਕੋਰਟ ਨੇ ਕਿਹਾ 6000 ਮੰਗਦੇ ਆ। ਉਹਨਾਂ ਨੂੰ ਤੁਸੀਂ ਆਪਣੀ ਸਬਸਿਡੀ ਦੇ ਦਿਓ। ਕਿਸਾਨ ਜਦੋਂ ਸਬਸਿਡੀ ਮਿਲ ਜੂਗੀ, ਉਹਦਾ ਮੁਆਵਜ਼ਾ ਮਿਲ ਜੂਗਾ, ਤਾਂ ਕਿਸਾਨ ਆਪਣੀ ਪਰਾਲੀ ਦੀ ਸੰਭਾਲ ਕਰ ਲੂਗਾ, ਉਹਨੂੰ ਪਰਾਲੀ ਨੂੰ ਬਾਹਰ ਕੱਢ ਲੂਗਾ, ਕੋਈ ਹੋਰ ਉਹਦਾ ਕੋਈ ਕੰਮ ਕਰ ਲੂਗਾ, ਜਾਂ ਕੋਈ ਉਹਦਾ ਕੋਈ ਹੱਲ ਕਰ ਲੂਗਾ। ਉਹ ਕਿਸਾਨ ਉਹਦਾ ਹੱਲ ਕਰ ਲੂ ਕੋਈ ਨਾ ਕੋਈ। ਜਦੋਂ ਅਸੀਂ ਦੇਖ ਤੁਹਾਨੂੰ ਲੱਗਦਾ ਕਿ ਉਹ ਸਬਸਿਡੀ ਕਦੀ ਮਿਲ ਪਾਏਗੀ? ਕਿਉਂਕਿ ਹਰ ਸਾਲ ਦਰ ਸਾਲ ਜਿਹੜੇ ਨੇ ਕਿਸਾਨ ਸੰਘਰਸ਼ ਦਾ ਰਾਹ ਅਖਤਿਆਰ ਜ਼ਰੂਰ ਕਰਦੇ ਨੇ, ਸੜਕਾਂ ਤੇ ਵੀ ਵਿਖਾਈ ਦਿੰਦੇ ਨੇ, ਹਮੇਸ਼ਾ ਰੁਲਦੇ ਵੀ ਵਿਖਾਈ ਦਿੰਦੇ ਨੇ, ਆਪਣੇ ਹੰਝੂ ਵੀ ਵਹਾਉਂਦੇ ਵਿਖਾਈ ਦਿੰਦੇ ਨੇ ਸਰਕਾਰ ਦੇ ਅੱਗੇ। ਪਰ ਸਰਕਾਰ ਤਾਂ ਨਾ ਤਾਂ ਸੂਬਾ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਦੀ ਹੈ। ਹੁਣ ਤਾਂ 3 ਬਿੱਲ ਵੀ ਆ ਗਏ, ਉਹ ਵੀ ਕਿਸਾਨ ਕਹਿੰਦੇ ਨੇ ਕਿ ਸਾਡੇ ਵਿਰੋਧੀ ਨੇ ਜਿਹੜੇ 3 ਬਿੱਲ ਹੈਗੇ ਨੇ। ਤਾਂ ਅਗਰ ਉਹ ਗੱਲਾਂ ਨਹੀਂ ਸੁਣਦੀ ਤਾਂ ਇਹ ਤੁਹਾਡੀ ਸਬਸਿਡੀ ਵਾਲੀ ਗੱਲ ਕਿੱਥੋਂ ਸੁਣ ਲੇਗੀ ਸਰਕਾਰਾਂ? ਸੁਣੋ ਤੁਸੀਂ, ਵੀ ਕਿਸਾਨ ਅੰਨਦਾਤਾ ਵਾ, ਅੰਨ ਪੈਦਾ ਕਰਦਾ ਵਾ, ਮਤਲਬ ਸਾਰੇ ਦੇਸ਼ ਦਾ ਢਿੱਡ ਭਰਦਾ ਵਾ। ਉਹਦੀ ਪਰਾਲੀ ਵਾਸਤੇ ਇਹਨਾਂ ਕੋਲ ਮੁਆਵਜ਼ਾ ਹੈ ਨਹੀਂਗਾ, ਉਹਦੀ ਪਰਾਲੀ ਦੀ ਸੰਭਾਲ ਵਾਸਤੇ ਮੁਆਵਜ਼ਾ ਹੈ ਨਹੀਂ। ਦੂਜੀਆਂ ਕਾਰਖਾਨੇਦਾਰਾਂ ਨੂੰ ਜਾਂ ਜਿਹੜੇ ਸੰਤਕਾਰ ਆ, ਜਿਹੜੇ ਕਾਰਪੋਰੇਟ ਘਰਾਣੇ ਆ, ਉਹਨਾਂ ਨੂੰ ਸਬਸਿਡੀਆਂ ਦੇਣ ਵਾਸਤੇ ਬਹੁਤ ਪੈਸੇ ਹੈਗੇ ਆ। ਉਹਨਾਂ ਵਾਸਤੇ ਬੜੀਆਂ ਟੈਕਸ ਛੋਟਾਂ ਦਿੱਤੀਆਂ ਜਾ ਰਹੀਆਂ। ਉਹਨਾਂ ਦੇ ਕਰਜ਼ੇ ਖਤਮ ਕੀਤੇ ਜਾਂਦੇ ਆ। ਪਿਛਲੇ 17 ਸਾਲਾਂ 'ਚ 55 ਲੱਖ ਕਰੋੜ ਦੇ ਨਾਲ ਕਰਜ਼ੇ ਖਤਮ ਕੀਤੇ ਉਹਨਾਂ ਦੇ, ਸਰਕਾਰੀ ਖਜ਼ਾਨੇ 'ਚੋਂ ਕੀਤੇ, ਨਤੀਜੇ 'ਚ ਪਾਏ ਆ। ਕਿ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਦੇ ਸਕਦੇ? ਕਿਸਾਨ ਪ੍ਰਤੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਇਹ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਦੇ ਉੱਤੇ ਜਿਹੜਾ ਵਾ ਇਹ ਬੋਝ ਬਣ ਰਹੀ ਆ, ਜਾਣ ਕਰਕੇ ਦਬਾਅ ਬਣਾ ਰਹੀ ਆ। ਤੇ ਇਹ ਜਿਹੜਾ ਕਰੋੜ ਰੁਪਏ ਦਾ ਜੁਰਮਾਨਾ ਕੀਤਾ, ਵੱਡੀ ਬੇਇਨਸਾਫੀ ਆ। ਜਾਂ 5 ਸਾਲ ਦੀ ਸਜ਼ਾ ਕੀਤੀ ਆ, ਅਸੀਂ ਇਹਨੂੰ ਬਿਲਕੁਲ ਨਹੀਂ ਮੰਨਦੇ। ਇਸ ਕਾਨੂੰਨ ਦੇ ਖਿਲਾਫ ਲੜਾਂਗੇ। ਚਲੋ ਠੀਕ ਹੈ, ਇੱਕ ਹੋਰ ਸਵਾਲ ਦਾ ਜ਼ਰੂਰ ਅਸੀਂ ਤੁਹਾਡੇ ਜਵਾਬ ਚਾਹਾਂਗੇ ਕਿ ਆਖਰ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਸਰਕਾਰਾਂ ਨੇ, ਭਾਵੇਂ ਕਾਂਗਰਸ ਸਰਕਾਰ ਹੋਵੇ, ਭਾਵੇਂ ਭਾਜਪਾ ਸਰਕਾਰ ਹੋਵੇ, ਭਾਵੇਂ ਪੰਜਾਬ ਦੀ ਜੇਕਰ ਪਹਿਲਾਂ ਜਿਹੜੀ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ,
ਤੁਹਾਨੂੰ ਲੱਗਦਾ ਕਿ ਕੋਈ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਲਈ ਖੜਦੀ ਵੀ ਹੈਗੀ ਹੈ? ਕਿਉਂਕਿ ਕੋਈ ਵੀ ਸਰਕਾਰ ਹੋਵੇ, ਭਾਵੇਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਬਣੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਮੌਜੂਦਾ ਸਰਕਾਰ ਹੈਗੀ ਹੈ ਉਹ ਆਵੇ, ਕਿਸਾਨ ਹਮੇਸ਼ਾ ਸੰਘਰਸ਼ ਦਾ ਰਾਹ ਅਖਤਿਆਰ ਕਰਦੇ ਵਿਖਾਈ ਦਿੰਦੇ ਨੇ। ਤਾਂ ਕੀ ਕੋਈ ਸਰਕਾਰ ਜਿਹੜੀ ਹੈਗੀ ਹੈ ਕਿਸਾਨਾਂ ਦੀ ਬਾਂਹ ਵੀ ਫੜਦੀ ਹੈ? ਇਹ ਜੋ ਵੀ ਸਰਕਾਰਾਂ, ਜੋ ਵੀ ਸੈਟਅਪ ਦੇ ਵਿੱਚ ਸਰਕਾਰਾਂ ਬਣ ਰਹੀਆਂ, ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਬਣ ਰਹੀਆਂ, ਚਾਹੇ ਸੂਬੇ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਰਹੀ ਆ, ਚਾਹੇ ਅੱਜ ਹੈਗੀ ਆ ਕਾਂਗਰਸ ਸਰਕਾਰ ਆ, ਇਹ ਕਿਸਾਨ ਪੱਖੀ ਸਰਕਾਰਾਂ ਹੀ ਨਹੀਂ ਹੈ। ਇਹਨਾਂ ਦਾ ਕਿਸਾਨਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈਗਾ। ਇਹ ਕਿਸਾਨਾਂ ਦੀਆਂ ਦੋਖੀ ਆ, ਕਿਸਾਨਾਂ ਨੂੰ ਮਾਰਨ ਵਾਸਤੇ ਆ, ਕਿਸਾਨੀ ਕਿੱਤੇ ਨੂੰ ਖਤਮ ਕਰਨ ਵਾਸਤੇ, ਕਾਰਪੋਰੇਟ ਘਰਾਣਿਆਂ ਨੂੰ ਉਹਦਾ ਕਿੱਤਾ ਜਿਹੜਾ ਦੇਣ ਵਾਸਤੇ ਸਾਰੇ ਕੰਮ ਕਰ ਰਿਹਾ। ਇਹ ਅਸਲ ਦੇ ਵਿੱਚ ਕਾਰਪੋਰੇਟਾਂ ਦੇ ਏਜੰਟ ਆ, ਜੋ ਵੀ ਇੱਥੇ ਵੋਟਾਂ ਲੜਦੇ ਆ ਤੇ ਸਰਕਾਰਾਂ ਬਣਾਉਂਦੇ ਆ। ਇਹਨਾਂ ਦਾ ਕਿਸਾਨਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈਗਾ, ਨਾ ਕੋਈ ਕਿਸਾਨਾਂ ਦੇ ਨਾਲ ਇਹਨਾਂ ਦਾ ਬਹੁਤ ਆ, ਨਾ ਕਿਸਾਨੀ ਕਿੱਤੇ ਨਾਲ ਆ। ਇਸ ਕਰਕੇ ਇਹਨਾਂ ਕੋ ਕਿਸਾਨ ਇਹਨਾਂ ਤੋਂ ਕੋਈ ਭਲੇ ਦੀ ਆਸ ਨਹੀਂ ਰੱਖ ਸਕਦੇ। ਜਿਹੜੇ ਛੋਟੇ ਵਰਗ ਦੇ ਕਿਸਾਨ ਹੁੰਦੇ ਨੇ ਉਹੀ ਜ਼ਿਆਦਾਤਰ ਦਬਦੇ ਵਿਖਾਈ ਦਿੰਦੇ ਨੇ, ਪਰ ਜਿਹੜੇ ਜ਼ਿਮੀਂਦਾਰ ਹੈਗੇ ਆ, ਵੱਡੇ ਕਿਸਾਨ ਹੈਗੇ ਨੇ, ਲਗਾਤਾਰ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਨਹੀਂ ਹੁੰਦੀਆਂ। ਕਦੀ ਵੀ ਦੇਖਿਆ ਜਾਏ ਤਾਂ ਵੱਡੇ ਜਿਹੜੇ ਕਿਸਾਨ ਹੁੰਦੇ ਨੇ ਉਹ ਸੰਘਰਸ਼ਾਂ ਵਿੱਚ ਅੱਗੇ ਨਹੀਂ ਆਉਂਦੇ। ਜਿਹੜੇ ਛੋਟੇ ਕਿਸਾਨ ਹੁੰਦੇ, ਜਿਹੜੇ ਉਹਨਾਂ ਨੂੰ ਲੱਗਦਾ ਕਿ ਅਸੀਂ ਪਿਸ ਰਹੇ ਹਾਂ, ਸਿਰਫ ਉਹੀ ਸੰਘਰਸ਼ ਦਾ ਰਾਹ ਅਖਤਿਆਰ ਕਰਦੇ ਵਿਖਾਈ ਦਿੰਦੇ ਨੇ। ਅਜਿਹਾ ਕਿਉਂ ਹੁੰਦਾ? ਜਾਂ ਇਸ ਕਰਕੇ ਉਹ ਵੀ ਹੋ ਰਿਹਾ ਵੀ ਛੋਟੇ ਕਿਸਾਨ ਦੀਆਂ ਮੁਸ਼ਕਲਾਂ ਜ਼ਿਆਦੀਆਂ, ਜਦੋਂ ਦੀਆਂ ਜ਼ਿਆਦੀਆਂ ਮੁਸ਼ਕਲਾਂ, ਕਰਜ਼ਾ ਚੜਿਆ ਪਿਆ, ਉਹ ਖੁਦਕੁਸ਼ੀ ਕਰ ਰਿਹਾ ਵਾ, ਸਰਕਾਰ ਉਹਦੀ ਬਾਹ ਨਹੀਂ ਫੜਦੀ, ਉਹਦੀ ਉਹਦੀ ਜਿਹੜੇ ਖਰਚੇ ਆ ਖੇਤੀ ਦੇ ਵਿੱਚ ਉਹ ਬਹੁਤ ਵਧੇ ਹੋਏ ਆ, ਤੇ ਉਹ ਫਿਰ ਉਹ ਸੰਘਰਸ਼ ਦੇ ਵਿੱਚ ਵੀ ਆਉਂਦਾ। ਉਹ ਸੰਘਰਸ਼ ਦੇ ਵਿੱਚ ਆ ਰਿਹਾ। ਜਿਹੜਾ ਥੋੜਾ ਜਿਹਾ ਕਿਸਾਨ ਵੱਡਾ ਵਾ ਉਹ ਘੱਟ ਆ ਰਿਹਾ, ਪਰ ਹੁਣ ਇਸ ਟਾਈਮ ਤੇ ਜਿਹੜੇ ਆਰਡੀਨੈਂਸਾਂ ਦੀ ਲੜਾਈ ਲੜ ਰਹੇ, ਉਹਦੇ ਚ ਵੱਡੇ ਕਿਸਾਨ ਵੀ ਆ ਰਹੇ ਆ, ਉਹਦੇ ਚ ਸਾਰੇ ਕਿਸਾਨ ਆ ਰਹੇ ਆ, ਉਹ ਸਾਰੇ ਵਰਗ ਆ ਰਹੇ ਆ। ਇਹ ਮਤਲਬ ਇਹ ਖੜੋਤ ਜਿਹੜੀ ਇਹ ਟੁੱਟ ਚੁੱਕੀ ਹੈ ਇਸ ਟਾਈਮ ਤੇ। ਠੀਕ ਹੈ, ਅਸੀਂ ਉਹ ਜਿਹੜੀ ਬਿੱਲ ਦੀ ਗੱਲ ਹੈ ਉਹਦੇ ਵਿੱਚ ਵੀ ਥੋੜਾ ਜਿਹਾ ਅਸੀਂ ਆ ਜਾਵਾਂਗੇ, ਪਰ ਇੱਥੇ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਸੀਂ ਕੀ ਦੇਖਦੇ ਹੋ ਕਿ ਕੀ ਇਸ ਦਾ ਹੱਲ ਹੈਗਾ? ਕਿਉਂਕਿ ਆਉਣ ਵਾਲੇ ਸਾਲਾਂ ਵਿੱਚ, ਜਿਵੇਂ ਕਿ ਪਿਛਲੇ ਸਾਲਾਂ ਦੇ ਸਾਲ ਦਰ ਸਾਲ ਅਸੀਂ ਦੇਖੀਏ ਤਾਂ ਲਗਾਤਾਰ ਪ੍ਰਦੂਸ਼ਣ ਦਾ ਜਿਹੜਾ ਲੈਵਲ ਹੈ ਉਹ ਸਾਲ ਦਰ ਸਾਲ ਜਿਹੜਾ ਵੱਧਦਾ ਜਾ ਰਿਹਾ ਹੈ। ਆਉਣ ਵਾਲੇ ਸਾਲਾਂ ਵਿੱਚ ਜੇਕਰ ਅਜਿਹੀਆਂ ਅੱਗ ਲੱਗਣ ਦੀਆਂ ਜਿਹੜੀਆਂ ਨੇ ਕੰਮ ਜਿਹੜੇ ਨੇ ਉਹ ਬੰਦ ਨਾ ਹੋਏ ਤਾਂ ਸਾਡਾ ਪ੍ਰਦੂਸ਼ਣ ਤਾਂ ਇੱਕ ਲੈਵਲ ਤੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਏਗਾ। ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਤੁਹਾਨੂੰ ਨਹੀਂ ਲੱਗਦਾ ਕਿ ਇਸ ਨੂੰ ਸਾਨੂੰ ਫੌਰੀ ਤੌਰ ਤੇ ਬੰਦ ਕਰਨਾ ਚਾਹੀਦਾ ਔਰ ਕਿਸਾਨਾਂ ਨੂੰ ਆਪਣੇ ਪੱਧਰ ਤੇ ਹੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ, ਆਪਣੇ ਪੱਧਰ ਤੇ ਹੀ ਕੋਈ ਹੱਲ ਲੱਭਣੇ ਚਾਹੀਦੇ ਨੇ? ਇਹਦਾ ਦੇਖੋ, ਇਹਦੀ ਸਰਕਾਰ ਲੱਭ ਸਕਦੀ ਆ, ਕਿਸਾਨ ਜ਼ਿੰਮੇਵਾਰ ਨਹੀਂ ਗੇ, ਸਰਕਾਰਾਂ ਜ਼ਿੰਮੇਵਾਰ ਆ। ਅਸੀਂ ਤਾਂ ਹੋਰ ਗੱਲ ਕਹਿੰਦੇ ਆ ਕਿ ਝੋਨੇ ਦੇ ਥਾਂ ਤੇ ਸਾਨੂੰ ਬਦਲ ਦੇ ਦਿਓ, ਖੇਤੀ ਵਿਭਿੰਨਤਾ ਕਰੋ, ਦਾਲਾਂ ਦਾ ਰੇਟ ਦੇ ਦਿਓ, ਮਕਾਈ ਦਾ ਰੇਟ ਦੇ ਦਿਓ, MSP ਮਕਾਈ ਦੀ ਦੇ ਦਿਓ, ਦਾਲਾਂ ਦੀ ਦੇ ਦਿਓ, ਤੇਲ ਬੀਜਾਂ ਦੀ ਦੇ ਦਿਓ, ਕੋਈ ਉਹ ਸਾਨੂੰ ਦੇ ਦਿਓ ਤੇ ਅਸੀਂ ਇਹ ਝੋਨਾ ਬੀਜਦੇ ਨਹੀਂ, ਨਾ ਪਰਾਲੀ ਹੋਵੇ, ਨਾ ਇਹ ਪਰਾਲੀ ਦਾ ਪ੍ਰਦੂਸ਼ਣ ਹੋਵੇ, ਨਾ ਕਿਸਾਨਾਂ ਨੂੰ ਅੱਗ ਲਾਉਣੀ ਪਵੇ, ਉਹਦਾ ਖੇਤੀ ਵਿਭਿੰਨਤਾ ਵੀ ਨਹੀਂ ਕਰ ਰਹੇ, ਉਹਦਾ MSP ਵੀ ਨਹੀਂ ਦੇ ਰਹੇ। ਇਸ ਵੇਲੇ ਮਕਾਈ ਜਿਹੜੀ ਤੁਸੀਂ ਦੇਖੋ, ਜਿਹੜੀ ਇਹਦੀ ਅਲਟਰਨੇਟਿਵ ਬਣ ਸਕਦੀ ਹੈ ਝੋਨੇ ਦੀ, ਇਹ ਆਪਣੇ ਦੀ ਧਾਨ ਦੀ, ਉਹਨੂੰ 1850 ਰੁਪਇਆ ਉਹਦਾ MSP ਬੰਨਿਆ ਸੀ ਇਹਨਾਂ ਨੇ। ਸਰਕਾਰ ਵੱਲੋਂ 1850 ਰੇਟ ਸੀ, ਪਰ ਜੋ ਮਾਰਕੀਟ ਦੇ ਵਿੱਚ ਰੇਟ ਉਹਦਾ 600 ਤੋਂ ਲੈ ਕੇ 1000 ਤੱਕ ਸਾਰੀ ਮਕਾਈ ਵੇਚੀ। ਦੱਸੋ ਕਿਹੜੇ ਤਰੀਕੇ ਨਾਲ ਕਿੱਧਰ ਨੂੰ ਖੜ ਰਹੇ ਆ, ਜਦੋਂ ਇਹ ਖੇਤੀ ਵਿਭਿੰਨਤਾ ਨੂੰ ਆਤੇ ਵੀ ਤਿਆਰ ਨਹੀਂ। ਅਸਲ ਤੇ ਸਰਕਾਰ ਜ਼ਿੰਮੇਵਾਰ ਆ। ਜੇ ਪ੍ਰਦੂਸ਼ਣ ਵੱਧ ਰਿਹਾ ਤੇ ਪ੍ਰਦੂਸ਼ਣ ਤੇ ਦੇਖੋ ਇੰਡਸਟਰੀ ਦਾ ਪ੍ਰਦੂਸ਼ਣ ਆ, ਪਾਣੀ ਉਹਨਾਂ ਨੇ ਥੱਲੇ ਗੰਦਾ ਪਾਇਆ ਵਾ, ਇਹਨਾਂ ਦੇ ਨਾਲ ਮਿਲ ਕੇ ਕਰਦੇ ਆ, ਉਹ ਇਹਨਾਂ ਨੂੰ ਦਿਸ ਨਹੀਂ ਰਹੇ। ਕਿਸਾਨ ਸਿਰਫ ਦਿਸ ਰਹੇ ਆ ਤੇ ਕਿਸਾਨ ਪ੍ਰਦੂਸ਼ਣ ਕਰਨਾ ਨਹੀਂ ਚਾਹੁੰਦੇ, ਅਸੀਂ ਝੋਨਾ ਬੀਜਣਾ ਨਹੀਂ ਚਾਹੁੰਦੇ, ਜਿਸ 'ਚ ਇੰਨੇ ਪਾਣੀ ਦੀ ਵਰਤੋਂ ਹੋ ਰਹੀ ਆ ਤੇ ਇੰਨੀ ਇਹਦੀ ਪਰਾਲੀ ਜਿਹੜੀ ਆ ਉਹ ਨਸ਼ਟ ਕਰਨ ਵਾਸਤੇ ਇੰਨਾ ਖਰਚਾ ਆ ਰਿਹਾ। ਇਹਦੇ ਲਈ ਅਸੀਂ ਚਾਹੁੰਦੇ ਆ ਖੇਤੀ ਵਿਭਿੰਨਤਾ ਕਰ ਦਿਓ, ਸਾਨੂੰ ਦੂਜੀਆਂ ਫਸਲਾਂ ਦੇ ਦਿਓ, ਅਲਟਰਨੇਟਿਵ ਦੇ ਦਿਓ, ਉਹਨਾਂ ਦੀ MSP ਕਰੋ, ਉਹਨਾਂ ਦੀ ਖਰੀਦ ਦੀ ਪੱਕੀ ਗਰੰਟੀ ਹੋਵੇ, ਅਸੀਂ ਕੋਈ ਝੋਨਾ ਬੀਜਦੇ ਨਹੀਂ ਜੀ। ਜੇਕਰ खेती विभिन्नता वाल आइए तो लगातार पंजाब एग्रीकल्चर यूनिवर्सिटी और पंजाब सरकार केंद्र सरकार भी कहती रही है खेती विभिन्नता वाल किसान अपने कदम अगे ਵਧਾਣ तो ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਕਈ ਕਿਸਾਨਾਂ ਨੇ खेती विभिन्नता वाल कदम ਅੱਗੇ ਵੀ ਵਧਾਏ ਨੇ, ਉਹ ਖੁਸ਼ ਇਸ ਸਮੇਂ ਵਿਖਾਈ ਦੇ ਰਹੇ ਨੇ ਕਿ ਲਗਾਤਾਰ ਜਿਹੜਾ ਝੋਨਾ ਜਦੋਂ ਕਣਕ ਝੋਨੇ ਦੀ MSP ਆ, ਕਿਸਾਨ ਦਾ ਬਦਲ ਬਣਾਇਆ, ਇਹਨਾਂ ਨੂੰ ਲੋੜ ਸੀ ਅਨਾਜ ਦੀ, ਉਹਦੇ ਨਾਲ 2 ਫਸਲਾਂ ਦੇ ਸਿਰ ਭਾਅ ਦਿੱਤੇ, ਉਹਨਾਂ ਦੀ MSP ਕੀਤੀ ਤੇ ਸਰਕਾਰੀ ਖਰੀਦ ਕੀਤੀ। ਸਰਕਾਰੀ ਖਰੀਦ ਜਿਹੜੀ ਉਹ ਕਣਕ ਝੋਨੇ ਦੀ ਹੋ ਰਹੀ ਆ, ਬਾਕੀ ਚੀਜ਼ਾਂ ਦੀ ਕਿਸੇ ਦੀ ਜਿਹੜੀ ਆ ਉਹ ਖਰੀਦ ਨਹੀਂ ਹੋ ਰਹੀ। ਉਹ ਕਿਸਾਨ ਕਿਸ ਤਰ੍ਹਾਂ ਦੂਜੀਆਂ ਚੀਜ਼ਾਂ ਬੀਜੂਗਾ? ਉਹਨੇ ਫਿਰ ਕਣਕ ਝੋਨੇ ਦਾ ਬਦਲ ਝੋਨ ਨਿਕਲ ਨਹੀਂ ਰਿਹਾ, ਉਹ ਝੋਂ ਕੱਢਣਾ ਤੇ ਦੂਜਿਆਂ ਦਾ MSP ਦੇਣਾ ਪਊਗਾ।
ਉਹਦੀ ਮਾਰਕੀਟ ਦੇਣੀ ਪਊਗੀ, ਮਾਰਕੀਟ ਬਣਾਉਣੀ ਪਊਗੀ ਤੇ ਕਿਸਾਨ ਦੂਜੀਆਂ ਚੀਜ਼ਾਂ ਬੀਜ ਲੂਗਾ, ਮਕਈ ਬੀਜ ਲੂਗਾ। ਜਿਹੜੀ ਵੀ ਕਿਸਾਨ ਨੇ ਕਈ ਵਾਰ ਕੀਤੀ ਕੋਸ਼ਿਸ਼, ਜਿਹੜੀ ਆਪਾਂ ਕਹਿ ਰਹੇ ਕਿਸਾਨ ਨੇ ਕੋਸ਼ਿਸ਼ ਨਹੀਂ ਕੀਤੀ, ਕਿਸਾਨ ਨੇ ਬਹੁਤ ਕੋਸ਼ਿਸ਼ ਕੀਤੀ ਆ। ਕਿਸਾਨ ਨੇ ਦਾਲਾਂ ਬੀਜ ਕੇ ਦੇਖੀਆਂ, ਕਿਸਾਨ ਨੇ ਮਕਈ ਬੀਜ ਕੇ ਦੇਖੀ, ਕਿਸਾਨ ਨੇ ਗੰਨਾ ਬੀਜ ਕੇ ਦੇਖਿਆ। ਗੰਨੇ ਦੇ ਪੈਸੇ ਅੱਜ ਤੱਕ ਵੀ 681 ਕਰੋੜ ਰੁਪਇਆ ਅੱਜ ਤੱਕ ਪੰਜਾਬ ਦੇ ਵਿੱਚ ਗੰਨੇ ਦਾ ਨਹੀਂ ਮਿਲਿਆ, 11 ਕਰੋੜ ਹਿੰਦੁਸਤਾਨ 'ਚ ਨਹੀਂ ਮਿਲਿਆ। ਕਿਸਾਨ ਜਾਵੇ ਤੇ ਜਾਵੇ ਕਿਧਰ ਨੂੰ? ਕਿਸਾਨ ਨੂੰ ਇਹ ਮਾਰ ਰਹੇ ਆ, ਕਿਸਾਨ ਨੂੰ ਮਾਰ ਕੇ ਉਹਦੀ ਜ਼ਮੀਨ ਖੋਣਾ ਚਾਹੁੰਦੇ ਆ। ਸਰਕਾਰ ਦੀ ਨੀਤੀ ਕੋਈ ਨਹੀਂ, ਖੇਤੀ ਨੀਤੀ ਨਹੀਂ ਹੈਗੀ, ਖੇਤੀ ਪਾਲਿਸੀ ਨਹੀਂ ਹੈਗੀ। ਜੇ ਚਾਹੁੰਦੀ ਆ ਸਰਕਾਰ, ਕੋਈ ਚਾਹੁੰਦੀ ਆ ਤੇ ਇਹ ਖੇਤੀਬਾੜੀ ਦਾ ਆਧਾਰਿਤ ਛੋਟੀਆਂ ਸਨਅਤਾਂ ਪਿੰਡਾਂ 'ਚ ਲਗਾਉਣ, ਉਹਨੂੰ ਕਿਸਾਨ ਖੇਤੀ ਨੂੰ ਜਿਹੜਾ ਲਾਹੇਵੰਦ ਕਰਨ ਤੇ ਆਪਣੇ ਆਪ ਹੀ ਜਿਹੜਾ ਵਾ ਸਾਰੀਆਂ ਚੀਜ਼ਾਂ ਉਹਨਾਂ ਨੂੰ ਭਾਅ ਮਿਲਣ। ਜਦੋਂ ਉਹਨਾਂ ਦੇ ਭਾਅ ਨਹੀਂ ਮਿਲਦੇ, ਇਸ ਕਰਕੇ ਕਿਸਾਨ ਫਿਰ ਕਣਕ ਝੋਨਾ ਜਿਹੜਾ ਸਰਕਾਰ ਖਰੀਦਦੀ ਆ ਉਹੀ ਉਹ ਬੀਜ ਰਿਹਾ ਵਾ, ਦੂਜੀਆਂ ਚੀਜ਼ਾਂ ਨਹੀਂ ਬੀਜ ਰਿਹਾ। ਠੀਕ ਹੈ, ਜੇਕਰ ਅਸੀਂ ਰਾਜਧਾਨੀ ਵੱਲ ਆਈਏ, ਦਿੱਲੀ ਦੇ ਜਿਹੜੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਉਹ ਹਮੇਸ਼ਾ ਕਹਿੰਦੇ ਰਹੇ ਨੇ ਔਰ ਇਲਜ਼ਾਮ ਵੀ ਲਗਾਉਂਦੇ ਰਹੇ ਨੇ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ, ਹਰਿਆਣਾ ਦੇ ਕਿਸਾਨ ਨੇ, ਉਹਨਾਂ ਵੱਲੋਂ ਜਦੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਔਰ ਉਸ ਦਾ ਧੂੰਆਂ ਜਿਹੜਾ ਹੈਗਾ ਦਿੱਲੀ ਨੂੰ ਹੋਰ ਜ਼ਿਆਦਾ ਪ੍ਰਦੂਸ਼ਿਤ ਕਰ ਰਿਹਾ ਹੈ, ਜਦਕਿ ਦਿੱਲੀ ਦੇ ਕਿਸਾਨ ਜਿਹੜੇ ਨੇ ਉਹਨਾਂ ਨੇ ਇਸ ਦਾ ਹੱਲ ਵੀ ਲੱਭ ਲਿਆ ਔਰ ਉਹ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਗਾਉਂਦੇ। ਇਹਨਾਂ ਗੱਲਾਂ ਨੂੰ ਤੁਸੀਂ ਕਿੰਨਾ ਕੁ ਜਾਇਜ਼ ਮੰਨਦੇ ਹੋ? ਨਹੀਂ, ਦੇਖੋ, ਜਿਹੜਾ ਦਿੱਲੀ ਦਾ ਮੁੱਖ ਮੰਤਰੀ ਜਿਹੜੀ ਗੱਲ ਕਹਿ ਰਿਹਾ ਉਹ ਵਾਜਬ ਨਹੀਂ ਹੈਗੀ। ਜਿਹੜਾ ਪੰਜਾਬ ਦਾ ਧੂੰਆਂ ਵਾ ਉਹ ਦਿੱਲੀ ਕਿਸ ਤਰ੍ਹਾਂ ਪਹੁੰਚ ਜਾਂਦਾ? ਉਹ ਦਿੱਲੀ ਪਹੁੰਚਣ ਦੀ ਕੋਈ ਗੱਲ ਹੀ ਨਹੀਂ ਹੈਗੀ। ਉਹ ਹਰਿਆਣਾ ਦੀ ਗੱਲ ਕਰ ਰਹੇ ਨੇ, ਹਰਿਆਣਾ ਦੀ ਵੀ ਗੱਲ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਹਰਿਆਣਾ ਦੇ ਜਿਹੜੇ ਕਿਸਾਨ ਨੇ, ਪ੍ਰਦੂਸ਼ਣ ਆ ਦਿੱਲੀ ਜਿਹੜਾ ਵਾ ਉਹ ਗੱਡੀਆਂ ਦਾ ਪ੍ਰਦੂਸ਼ਣ ਆ, ਕਾਰ ਜਿਹੜਾ ਹੈਗਾ ਇੰਡਸਟਰੀ ਦਾ ਪ੍ਰਦੂਸ਼ਣ ਆ, ਉਹ ਦਿੱਲੀ ਦੀ ਹਵਾ ਖਰਾਬ ਕਰ ਰਿਹਾ। ਦਿੱਲੀ ਦੀ ਹਵਾ ਸਾਰਾ ਸਾਲ ਖਰਾਬ ਰਹਿੰਦੀ ਆ, ਇਹ ਪੰਜਾਬ ਖਰਾਬ ਨਹੀਂ ਹੋ ਰਹੀ। ਇਹ ਜੋ ਗੱਲ ਕਰ ਰਿਹਾ ਇਹ ਬਿਲਕੁਲ ਗਲਤ ਕਰ ਰਿਹਾ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਜੋ ਕਹਿ ਰਿਹਾ ਬਿਲਕੁਲ ਗਲਤ ਹੈ। ਯਾਨੀ ਕਿ ਕਿਸਾਨਾਂ ਨੂੰ ਹੁਣ ਸਿਆਸਤ ਲਈ ਵਰਤਿਆ ਜਾ ਰਿਹਾ ਹੈ। ਇਹ ਸਿਰਫ ਸਿਆਸਤ ਵਾਸਤੇ ਵਰਤਿਆ ਜਾ ਰਿਹਾ। ਕਿਸਾਨ ਜਿਹੜੇ ਆ, ਵੇਖੋ, ਕਿਸਾਨ ਬੜੀ ਸਾਫ਼ ਗੱਲ ਆ, ਕਿਸਾਨਾਂ ਨੂੰ ਜਿੰਨਾ ਚਿਰ ਜਾਂ ਤੇ ਖੇਤੀ ਵਿਭਿੰਨਤਾ ਕਰਕੇ ਦੇਣ, ਉਹਨਾਂ ਨੂੰ ਉਹਦੇ ਬਦਲ ਦੇਣ, ਕਣਕ ਝੋਨੇ ਦੇ ਬਦਲ ਦੇ ਦੇਣ, ਜਾਂ ਫਿਰ ਜਿਹੜਾ ਵਾ ਉਹਨਾਂ ਨੂੰ ਮੁਆਵਜ਼ਾ ਦੇ ਦੇਣ। ਸਰਕਾਰ ਦੇ ਹੱਥ ਸਿਖਾਰੀ ਗੱਲ ਆ। ਸਰਕਾਰ ਵਾਸਤੇ ਕੋਈ ਗੱਲ ਨਹੀਂ ਹੈਗੀ 500-700 ਕਰੋੜ ਰੁਪਇਆ ਦੇਣਾ ਕਿਸਾਨ ਸਰਕਾਰ ਵਾਸਤੇ ਕੋਈ ਗੱਲ ਨਹੀਂ ਹੈਗੀ। ਜੇ ਇਹਨੂੰ ਪੰਜਾਬ ਨੂੰ ਬਚਾਉਣਾ ਵਾ, ਕੁਝ ਕਰਨਾ ਵਾ, ਖੇਤੀ ਵਿਭਿੰਨਤਾ ਵਾਲੇ ਬੰਨੇ ਤੋਰਨਾ ਪਊਗਾ। ਛੋਟੀਆਂ ਸਨਅਤਾਂ ਜਿਹੜੀਆਂ ਖੇਤੀਬਾੜੀ ਆਧਾਰ ਤੇ ਪਿੰਡਾਂ 'ਚ ਉਹ ਲਗਾਉਣੀਆਂ ਪੈਣਗੀਆਂ। ਖੇਤੀ ਨੀਤੀ ਬਣਾਉਣੀ ਪਊਗੀ। ਕੁਦਰਤੀ ਖੇਤੀ ਮਾਡਲ ਤੇ ਮਨੁੱਖ ਪੱਖੀ ਤੇ ਕੁਦਰਤ ਪੱਖੀ ਜਿਹੜਾ ਖੇਤੀ ਮਾਡਲ ਆ ਉਹ ਅਪਣਾਉਣਾ ਪਊਗਾ। ਇਹ ਤੇ ਰਸਾਇਣਕ ਖੇਤੀ ਮਾਡਲ ਲੈ ਕੇ ਬੈਠੇ ਹੋਏ ਆ, ਉੱਤੋਂ ਜਿਹੜਾ ਹੁਣੇ ਕਾਰਪੋਰੇਟ ਖੇਤੀ ਮਾਡਲ ਲੈ ਕੇ ਆ ਰਹੇ ਆ। ਇਹ ਤੇ ਉਧਰ ਨੂੰ ਜਾ ਹੀ ਨਹੀਂ ਰਹੇ। ਕਿਸਾਨ ਜਿਹੜਾ ਉਹ ਕੁਦਰਤ ਪੱਖੀ ਆ, ਉਹ ਕੁਦਰਤ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦਾ, ਪਰ ਇਹਨਾਂ ਨੇ ਉਹਨੂੰ ਵਧੋ ਉਧਰ ਨੂੰ ਤੋਰਤਾ। ਉਸ ਨੂੰ ਜਿਹੜਾ ਵਾ ਇੱਧਰ ਨੂੰ ਇਹਨਾਂ ਖੋਪੇ ਦੇ ਕੇ ਤੋਰਿਆ। ਇਹਨਾਂ ਨੇ ਆਪ ਉਧਰ ਨੂੰ ਤੋਰਿਆ ਵਾ ਕਿ ਕਣਕ ਬੀਜ ਤੇ ਝੋਨਾ ਬੀਜ, ਅਸੀਂ ਦੋਨੋਂ ਫਸਲਾਂ ਤੇਰੀਆਂ ਲਾਵਾਂਗੇ। ਇਹ ਸਰਕਾਰ ਦੀ ਸਾਰੀ ਜਿਹੜੀ ਆ ਜ਼ਿੰਮੇਵਾਰੀ ਆ, ਸਰਕਾਰ ਹੀ ਇਹਦੀ ਜ਼ਿੰਮੇਵਾਰੀ ਹੈ। ਪਰ ਆਉਣ ਵਾਲਾ ਸਮਾਂ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਹੋ? ਕਿਉਂਕਿ ਲਗਾਤਾਰ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਕਿ ਕਿਸਾਨ ਜਿਹੜਾ ਹਮੇਸ਼ਾ ਸੰਘਰਸ਼ ਦੀ ਰਾਹ ਤੇ ਤੁਰਦਾ ਹੀ ਵਿਖਾਈ ਦਿੱਤਾ ਹੈ। ਆਉਣ ਵਾਲਾ ਸਮਾਂ ਜਿਹੜਾ ਹੈਗਾ ਕੀ ਕਿਸਾਨਾਂ ਦੇ ਹੱਕ ਵਿੱਚ ਨਿਤਰੇਗਾ? ਕਿਸਾਨਾਂ ਵਾਸਤੇ ਜਿਹੜਾ ਸਮਾਂ ਉਹ ਪਿਛਲਾ ਸਮਾਂ ਜਾਂ ਉਸ ਤੋਂ ਪਿਛਲਾ ਸਮਾਂ ਜਾਂ ਹੁਣ ਵਾਲਾ ਸਮਾਂ ਜਾਂ ਅਗਲਾ ਸਮਾਂ ਜਿਹੜਾ ਉਹ ਕੋਈ ਚੰਗਾ ਬਦਲਣ ਵਾਲਾ ਨਹੀਂ ਦਿਸ ਰਿਹਾ ਕਿਸਾਨਾਂ ਵਾਸਤੇ। ਤੇ ਇਹ ਜਿਹੜੇ ਆ ਇਹ ਮਾਰੂ ਐਕਟ ਲੈ ਕੇ ਆ ਰਹੇ ਆ ਕਿਸਾਨਾਂ ਵਾਸਤੇ। ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਤਿਆਰੀ ਆ। ਕਿਸਾਨਾਂ ਵਾਸਤੇ ਮਾੜਾ। ਕਿਸਾਨਾਂ ਦਾ ਸੰਘਰਸ਼ ਤੋਂ ਬਗੈਰ ਹੋਰ ਕੋਈ ਰਾਹ ਨਹੀਂਗਾ। ਕਿਸਾਨਾਂ ਦੇ ਕੋਲ ਸੰਘਰਸ਼ ਹੀ ਆ। ਉਹ ਸੰਘਰਸ਼ ਕਰਕੇ ਹੀ ਆਪਣੀ ਬਚਾ ਸਕਦੇ, ਆਪਣੀ ਜ਼ਮੀਨ ਬਚਾ ਸਕਦੇ ਆ, ਵਾਤਾਵਰਨ ਬਚਾ ਸਕਦੇ ਆ, ਪਾਣੀ ਹਵਾ ਜਿਹੜੀ ਆ ਆਪਣੀ ਬਚਾ ਸਕਦੇ ਆ, ਜ਼ਮੀਨ ਬਚਾ ਸਕਦੇ। ਇਹਨਾਂ ਤੋਂ ਇਹ ਨਹੀਂ ਬਚਣ ਦੇ ਰਹੇ। ਅਸਲ ਦੇ ਵਿੱਚ ਇੰਡਸਟਰੀਅਲਿਸਟ ਆ ਜਾਂ ਜਿਹੜੇ ਕਾਰਪੋਰੇਟ ਘਰਾਣੇ ਆ, ਇਹ ਆਪਣੀ ਸਰਕਾਰ ਆ, ਇਹ ਪ੍ਰਦੂਸ਼ਣ ਫੈਲਾਉਂਦੇ। ਇਹ ਆ ਪੋਲੂਸ਼ਨ ਕਿਸਾਨ ਦਾ ਜਿਹੜਾ ਆ ਰਿਹਾ, ਇਹਦੇ ਵੀ ਜ਼ਿੰਮੇਵਾਰੀ ਇਹੀ ਆ, ਕਿਉਂਕਿ ਇਹ ਖੇਤੀ ਵਿਭਿੰਨਤਾ ਵਾਲੇ ਬੰਨੇ ਤੋਰ ਹੀ ਨਹੀਂ ਰਹੇ ਉਹਨੂੰ, ਜਿਹੜਾ ਕਿ ਇਹਦਾ ਹੱਲ ਹੋ ਸਕਦਾ ਵਾ। ਜਿਹੜਾ ਕਿ ਅਸੀਂ ਕਈ ਵਾਰ ਮੰਗ ਕੀਤੀ ਆ, ਲਿਆਓ ਸਾਨੂੰ ਦੂਜੀਆਂ ਫਸਲਾਂ ਦਾ ਅਲਟਰਨੇਟਿਵ ਦੇ ਦਿਓ, ਪੰਜਾਬ ਦੀ ਸਰਕਾਰ ਦੇ ਦੇ, ਕੇਂਦਰ ਦੀ ਸਰਕਾਰ ਦੇ ਦੇ। ਅਸੀਂ ਝੋਨਾ, ਅਸੀਂ ਤਾਂ ਪੰਜਾਬ 'ਚ ਚੌਲਾਂ ਦੀ ਖਪਤ ਹੀ ਹੈ ਨਹੀਂ। ਪੰਜਾਬ ਦੇ ਲੋਕ ਤੇ ਚੌਲ ਖਾਂਦੇ ਹੀ ਨਹੀਂਗੇ। ਉਹਨਾਂ ਝੋਨਾ ਕੀ ਕਰਨ ਨੂੰ ਬੀਜਣਾ? 4000 ਲੀਟਰ 1 ਕਿਲੋ ਪਾਣੀ ਲੱਗ ਰਿਹਾ, ਉਹਦਾ ਪਾਣੀ ਉਹਦਾ ਥੱਲੇ ਚਲ ਗਿਆ, ਪਾਣੀ ਨੂੰ ਲੱਭ ਨਹੀਂ ਰਿਹਾ। ਇਹ ਸਾਰਾ ਨਾ ਜਾਣ। ਇਹਨਾਂ ਨੂੰ ਜਦੋਂ ਪਹਿਲਾ ਹਰਾ ਇਨਕਲਾਬ ਲਿਆਂਦਾ, ਇਹਨਾਂ ਨੂੰ ਸਾਰਾ ਪਤਾ ਸੀਗਾ। ਪਹਿਲੇ ਹਰੇ ਇਨਕਲਾਬ ਦੇ ਜਿਹੜੇ ਸਾਈਡ ਇਫੈਕਟ ਆਪਾਂ ਭੋਗ ਰਿਹਾ, ਸਾਰਾ ਸਮਾਜ ਭੋਗ ਰਿਹਾ। ਤੇ ਪਹਿਲਾ ਹਰਾ ਇਨਕਲਾਬ ਨਾਲ ਸੋਚੀ ਸਮਝੀ ਸਾਜ਼ਦੀ ਲਿਆਂਦਾ। ਉਹਨੇ ਪਹਿਲੇ ਹਰੇ ਇਨਕਲਾਬ ਨੇ ਕਿਸਾਨਾਂ ਦੇ ਕਰਜ਼ੇ ਚਾੜੇ। ਉਹਦੇ ਵਿੱਚ ਜਿਹੜੇ ਕਾਰਪੋਰੇਟ ਆ, ਖਾਦਾਂ ਬਣਾਉਣ ਵਾਲੇ, ਦਵਾਈਆਂ ਬਣਾਉਣ ਵਾਲੇ, ਪਾਈਪ ਬਣਾਉਣ ਵਾਲੇ, ਮੋਟਰਾਂ ਬਣਾਉਣ ਵਾਲੇ,
ट्रैक्टर बनाने वाले जी वो खरबापति हो गए। किसान ने जिन्हें धरती सारा वरत्या वो बर्बाद हो गया, करजाई हो गया, खुदकुशियां कराया पिया, वातावरण पलीत हो गया, सारा ढांचा ना तोड़ता, पेंडू ढांचा सारा तोड़ता, कम्यून तोड़ता, साडा जिहड़ा एक भाईचारा सी वो तोड़िया वा, साडा समाजिक ढांचा तोड़िया वा। ਤੇ ਹੁਣ ਇਹ ਸਾਡੀ ਜ਼ਮੀਨ ਖੋ ਕੇ ਵੱਡੀਆਂ ਕੰਪਨੀਆਂ ਨੂੰ ਦੇਣ ਵਾਲੇ ਬੰਨੇ ਚਲ ਗਿਆ। ਪੋਲੂਸ਼ਨ ਦੇ ਇਹ ਹੀ ਜ਼ਿੰਮੇਵਾਰ ਆ। ਇਹ ਪੋਲੂਸ਼ਨ ਢਾਉਣਾ ਨਹੀਂ ਚਾਹੁੰਦੇ ਅਸਲ ਦੇ ਵਿੱਚ, ਬਿਲਕੁਲ ਨਹੀਂ ਢਾਉਣਾ ਚਾਹੁੰਦੇ। ਇਹ ਕਿਸਾਨ ਦੇ ਉੱਤੇ ਦਬਾਅ ਬਣਾਉਂਦੇ ਆ, ਦਬਾਅ ਬਣਾਉਣਾ ਚਾਹੁੰਦੇ ਆ। ਜ਼ਿੰਮੇਵਾਰ ਇਹ ਆ ਸਾਰੇ। ठीक है ਤੁਸੀਂ कह रहे हो कि दबाव बढ़ाना चाहते हैं। कैप्टन सरकार कह रही है कि ਅਸੀਂ ਤਾਂ ਕਰਜ਼ੇ ਵੀ ਮਾਫ ਕੀਤੇ ਨੇ, ਆਪਣੇ ਜਿਹੜੇ ਵਾਅਦੇ ਨੇ ਉਹ ਪੂਰੇ ਕੀਤੇ ਨੇ। ਕਰਜ਼ੇ ਮਿਲੇ ਤੁਹਾਨੂੰ? ਹਾਂਜੀ ਕਰਜ਼ੇ ਮਾਫ ਹੋਏ? ਕਰਜ਼ੇ ਖਤਮ ਕੀਤੇ ਕੈਪਟਨ ਸਰਕਾਰ ਕਹਿ ਰਹੀ ਹੈ ਜੀ ਕੋਈ ਉਹ ਤਾਂ ਹਮੇਸ਼ਾ ਕਹਿੰਦੀ ਆਈ ਹੈ ਕਿ ਸਾਡੀ ਸਰਕਾਰ ਬਣੀ ਹੈ ਤਾਂ ਅਸੀਂ ਆਪਣੇ ਕਰਜ਼ੇ ਮਾਫ ਕੀਤੇ ਨੇ। ਮੈਂ ਨਾ ਵੀ ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਟੋਟਲ ਕਰਜ਼ੇ ਕੀਤੇ, ਸਾਰਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਂਗੇ। ਉਹਦੇ ਚੋਂ 4700 ਕਰੋੜ ਜਿਹੜੀ ਊਠ ਤੋਂ ਛਾਣ ਨਹੀਂ ਲੱਥੀ, ਵਿਆਜ ਵੀ ਨਹੀਂ, ਕਿਸਾਨਾਂ ਨੂੰ ਸਗੋਂ ਹੋਰ ਉਲਝਣ ਚ ਪੈ ਗਿਆ। ਜਿਹੜਾ ਉਹ ਕਿਸਾਨ ਕਰਜ਼ਾ ਮੋੜ ਰਿਹਾ ਸੀ ਉਹਦੇ ਉੱਤੇ ਵਿਆਜ ਚੜੇ ਪਏ ਆ। ਕੋਈ ਕਰਜ਼ਾ ਖਤਮ ਨਹੀਂ ਹੋਇਆ, ਕੋਈ ਕਰਜ਼ਾ। ਕਿਸਾਨ ਰੋਜ਼ ਕੁਰਕੀਆਂ ਆ ਰਹੀਆਂ ਕਿਸਾਨਾਂ ਦੀਆਂ ਅਦਾਲਤਾਂ ਚੋਂ, ਖੁਦਕੁਸ਼ੀਆਂ ਹੋ ਰਹੀਆਂ ਵਾ ਰੋਜ਼, ਬੈਂਗੜੇ ਮਾਰ ਰਹੇ ਆ। ਇਸ ਕਰਕੇ ਜਿਹੜੀ ਕੇਂਦਰ ਪੰਜਾਬ ਦੀ ਸਰਕਾਰ ਆ ਉਹ ਪੂਰੀ ਤਰ੍ਹਾਂ ਮੁੱਕਰ ਚੁੱਕੀ ਆ ਕਰਜ਼ਾ ਮਾਫੀ ਤੋਂ। तो आने वाला हुण समा की देखते हो फिर तो मैं तुहाडे ਤੋਂ ਉਹੀ ਬਾਰ-ਬਾਰ ਸਵਾਲ ਕਰ ਰਿਹਾ ਕਿਉਂਕਿ ਇੱਥੇ ਨੌਜਵਾਨੀ ਵੀ ਖਤਰੇ ਵਿੱਚ ਹੈ ਕਿਉਂਕਿ ਲਗਾਤਾਰ ਇਹ ਪ੍ਰਦੂਸ਼ਣ ਜਿਹੜਾ ਹੈ ਬੱਚਿਆਂ ਨੂੰ ਮਾਰ ਰਿਹਾ ਹੈ। ਪ੍ਰਦੂਸ਼ਣ ਜਿਹੜਾ ਹੈਗਾ ਨੌਜਵਾਨਾਂ ਦੀ ਜਿਹੜੀ ਹੈ ਜਵਾਨੀ ਗਾਲ ਰਿਹਾ ਹੈ। ਇਸ ਪ੍ਰਦੂਸ਼ਣ ਨੂੰ ਤੁਹਾਨੂੰ ਕੀ ਲੱਗਦਾ ਖਤਮ ਕਰਨਾ ਚਾਹੀਦਾ ਜਾਂ ਨਹੀਂ ਖਤਮ ਕਰਨਾ ਚਾਹੀਦਾ? ਪੋਲੂਸ਼ਨ ਦੇਖੋ ਮੈਂ ਪਹਿਲਾਂ ਕਿਹਾ ਵਾ ਪੋਲੂਸ਼ਨ ਦਾ ਜ਼ਿੰਮੇਵਾਰ ਕਿਸਾਨ ਨਹੀਂ ਹੈਗਾ। ਸਾਨੂੰ ਝੋਨੇ ਦਾ ਅਲਟਰਨੇਟਿਵ ਦੇ ਦੇਣੇ ਜਾਂ ਸਾਨੂੰ ਉਹਦੀ ਪਰਾਲੀ ਦੀ ਸੰਭਾਲ ਦੇ ਦੇਣ, ਬਿਲਕੁਲ ਉਹ ਵੀ ਜਿਹੜਾ ਕਿਸਾਨ ਆ ਉਹ ਇਹਦਾ ਜ਼ਿੰਮੇਵਾਰ ਨਹੀਂ ਹੈਗਾ। ਇਹ ਸਰਕਾਰ एग्रीकल्चर यूनिवर्सिटी भी कह चुकी है, सतनाम सिंह जी पंजाब एग्रीकल्चर यूनिवर्सिटी भी कह चुकी है कि वार-वार किसानां ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਬਦਲ ਲੱਭੋ, ਕਿਤੇ ਨਾ ਕਿਤੇ ਸਾਨੂੰ ਦੱਸੋ, ਅਸੀਂ ਤੁਹਾਡੀ ਮਦਦ ਕਰਨ ਲਈ ਤਿਆਰ ਖੜੇ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਡਾਕਟਰ ਉੱਥੇ ਬੈਠੇ ਨੇ, ਸਾਇੰਸਦਾਨ ਉੱਥੇ ਬੈਠੇ ਨੇ, ਉਹ ਵੀ ਮਦਦ ਨਹੀਂ ਕਰ ਰਹੇ ਕਿਸਾਨਾਂ ਦੀ? ਯੂਨੀਵਰਸਿਟੀ ਜਿਹੜੀ ਕਹਿ ਰਹੀ ਆ ਵੀ ਕਿਸਾਨ ਇਹਦਾ ਬਦਲ ਕੀ ਲੱਭਣਗੇ? ਮੈਂ ਤਾਂ ਪਹਿਲਾਂ ਕਹਿ ਰਿਹਾ ਵੀ ਜਦੋਂ ਉਹਨਾਂ ਦੇ ਐਮਐਸਪੀ ਨਹੀਂ ਦੇ ਰਹੇ, ਦੂਜੀਆਂ ਚੀਜ਼ਾਂ ਕਈ ਤੇ ਨਹੀਂ ਦੇ ਰਹੇ, ਕਦਾਤ ਤੇ ਨਹੀਂ, ਬੀਜਾਂ ਤੇ ਨਹੀਂ ਦੇ ਰਹੇ, ਕਿਸਾਨ ਕਿੱਧਰ ਜਾਵੇ? ਕਿਸਾਨ ਕਿਸ ਤਰ੍ਹਾਂ ਬੀਜੇ? ਜੇ ਉਹ ਬੀਜ ਲੈਂਦਾ ਉਹਦੀ ਮੁੱਲ ਭਾਅ ਨਹੀਂ ਲੱਗਦੀ। ਜਿਹੜੀ ਦਾਲ ਆ 7000 ਰੁਪਇਆ ਦਾ ਰੇਟ ਆ ਤੇ 3500 ਰੁਪਏ ਵਿਕ ਰਹੀ ਆ। ਮਕਾਈ ਤੁਹਾਨੂੰ ਮੈਂ ਦੱਸਿਆ 600 ਤੋਂ 1000 ਤੱਕ ਵਿਕ ਰਹੀ ਆ। ਕਿਸ ਤਰ੍ਹਾਂ ਉਹਦਾ ਕਿੱਧਰ ਨੂੰ ਜਾਵੇ ਕਿਸਾਨ? ਬਾਕੀ ਜਿਹੜੀ ਯੂਨੀਵਰਸਿਟੀ ਆ, ਯੂਨੀਵਰਸਿਟੀ ਕਾਰਪੋਰੇਟ ਘਰਾਣਿਆਂ ਦੇ ਜਿਹੜਾ ਉਹਨਾਂ ਦੀ ਏਜੰਟ ਬਣ ਕੇ ਕੰਮ ਕਰਦੀ ਆ, ਕਾਰਪੋਰੇਟ ਘਰਾਣਿਆਂ ਵਾਸਤੇ ਕੰਮ ਕਰ ਰਹੀ ਆ। ਯੂਨੀਵਰਸਿਟੀ ਵੀ ਕਿਸਾਨਾਂ ਵਾਸਤੇ ਕੰਮ ਨਹੀਂ ਕਰ ਰਹੀ। ਕਿੰਨੀ ਵਾਰੀ ਗਏ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ? ਕਿੰਨੀ ਵਾਰੀ ਮਿਲੇ ਤੁਸੀਂ? ਅੱਜ ਕੈਮਰੇ ਸਾਹਮਣੇ ਦੱਸੋ ਕਿ ਤੁਸੀਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕਿੰਨੀ ਵਾਰੀ ਮਿਲੇ ਹੋ? ਸਤਨਾਮ ਜੀ ਤੁਸੀਂ ਯੂਨੀਵਰਸਿਟੀ ਦੇ ਮਿਲ ਕੇ ਅਸੀਂ ਕੀ ਕਰਾਂਗੇ ਦੱਸੋ? ਕੀ ਕਰਾਂਗੇ ਉਹਨਾਂ ਨੂੰ ਮਿਲ? ਇੱਕ ਮੇਰੀ ਗੱਲ ਤੁਸੀਂ ਆਪੇ ਕਹਿ ਰਹੇ ਹੋ ਕਿ ਮੇਰੀ ਗੱਲ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ ਨਾ ਸਤਨਾਮ ਸਿੰਘ ਜੀ, ਇੱਥੇ ਮੇਰੀ ਗੱਲ ਤਾਂ ਸੁਣ ਲਓ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਸਾਨੂੰ ਇਹ ਦੱਸ ਰਹੇ ਹੋ ਕਿ ਯੂਨੀਵਰਸਿਟੀ ਵਾਲੇ ਜਿਹੜੇ ਨੇ ਉਹ ਕਾਰਪੋਰੇਟ ਘਟਾਣਿਆਂ ਨੂੰ ਜਿਹੜਾ ਹੈਗਾ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ। ਕੀ ਤੁਸੀਂ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਆਪਣੀ ਜਿਹੜਾ ਗੁੱਸਾ ਉਹਨਾਂ ਸਾਹਮਣੇ ਰੱਖਿਆ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾ ਰਹੇ ਹੋ ਔਰ ਕਿਸਾਨਾਂ ਦਾ, ਛੋਟੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਹੋ? ਸਾਨੂੰ ਬਦਲ ਦੱਸੋ ਕੀ ਇਹਦਾ ਬਦਲ ਹੋ ਸਕਦਾ ਹੈ? ਅਸੀਂ ਮੇਰੇ ਵੀਰੋ ਕੈਮਰੇ ਸਾਹਮਣੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਅਸੀਂ ਸਰਕਾਰ ਦੇ ਸਾਹਮਣੇ ਗੱਲ ਰੱਖਣਾ। ਕਈ ਵਾਰ ਮੀਟਿੰਗਾਂ ਮੁੱਖ ਮੰਤਰੀ ਸਾਹਿਬ ਨਾਲ ਸਾਡੀਆਂ ਹੋਈਆਂ ਜਿਹਦੇ ਚ ਅਸੀਂ ਗੱਲ ਉਠਾਈ ਆ ਕਿ ਆ ਜਿਹੜਾ ਜੋ ਤੁਸੀਂ ਕਰ ਰਹੇ ਜੋ ਇਹਦੇ ਨਾਲ ਇਹ ਪਰਾਲੀ ਦਾ ਹੱਲ ਨਹੀਂ ਹੋਣਾ। ਜੇ ਪਰਾਲੀ ਦਾ ਹੱਲ ਕਰਨਾ ਤੇ ਇਹਦੀ ਜਿਹੜੀ ਖੇਤੀ ਵਿਭਿੰਨਤਾ ਤੁਹਾਨੂੰ ਕਰਨੀ ਪੈਣੀ ਆ ਜਾਂ ਫਿਰ ਕਿਸਾਨਾਂ ਨੂੰ ਕੋਈ ਮੁਆਵਜ਼ਾ ਦੇਣਾ ਪੈਣਾ। ਇਹ ਸਰਕਾਰ ਜ਼ਿੰਮੇਵਾਰ ਆ। ਯੂਨੀਵਰਸਿਟੀ ਕੋ ਕੋਈ ਫੰਡ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਉਹ ਕੰਮ ਉਹਨਾਂ ਵਾਸਤੇ ਕਰ ਰਹੇ ਆ। ਉਹ ਜਿਹੜੇ ਬੀ ਬਣਾਉਂਦੇ ਜਿਹੜੇ ਜੋ ਵੀ ਕਰਦੇ ਆ ਉਹ ਉਹਨਾਂ ਵਾਸਤੇ ਕਰਦੇ ਆ। ਅਸਲ ਚ ਰਸਾਇਣਕ ਖੇਤੀ ਮਾਡਲ ਜਿਹੜਾ ਇਹ ਹੀ ਸਾਡਾ ਦੁਸ਼ਮਣ ਹੈ। ਰਸਾਇਣਕ ਖੇਤੀ ਮਾਡਲ ਦੁਸ਼ਮਣ ਹੈ। ਸਾਨੂੰ ਕੁਦਰਤੀ ਖੇਤੀ ਮਾਡਲ ਨਾਲ ਮੁੜਨਾ ਪਊਗਾ। ਬਚਾਉਣਾ ਜਾਂ ਪੰਜਾਬ ਨੂੰ ਬਚਾਉਣਾ ਜਾਂ ਪਾਣੀ ਧਰਤੀ ਹਵਾ ਬਚਾਉਣੀ ਤੇ ਸਾਨੂੰ ਕੁਦਰਤੀ ਖੇਤੀ ਮਾਡਲ ਜੋ ਸਾਡੇ ਗੁਰੂਆਂ ਦਾ ਖੇਤੀ ਮਾਡਲ ਸੀਗਾ ਉਧਰ ਨੂੰ ਮੁੜਨਾ ਪਊਗਾ। ਕੀ ਉਹ ਮਾਡਲ? ਉਹ ਵੀ ਦੱਸ ਦਿਓ, ਮਾਡਲ ਦੱਸ ਦਿਓ ਕੀ ਮਾਡਲ ਹੈ ਉਹ? ਉਹ ਮਾਡਲ ਆ ਜਿੱਥੇ ਸਾਡੇ ਕੋਈ ਵੀ ਜਿਹੜੀਆਂ ਖਾਦਾਂ ਲੋੜ ਨਾ ਪਵੇ, ਜਿੱਥੇ ਸਾਡੀ ਦਵਾਈਆਂ ਦੀ ਲੋੜ ਨਹੀਂ ਹੈਗੀ, ਜਿੱਥੇ ਬਿਲਕੁਲ ਕੁਦਰਤੀ ਢੰਗ ਨਾਲ ਖੇਤੀ ਹੋਵੇ, ਜਿੱਥੇ ਕੋਈ ਵੀ ਜਿਹੜਾ ਵਾਤਾਵਰਨ 'ਚ ਖਰਾਬੀ ਨਾ ਆਵੇ, ਜਿਹੜੀ ਇਹ ਚੀਜ਼ ਜਿਹੜੀ ਆ ਉਹ ਰਸਾਇਣ ਤੋਂ ਬਗੈਰ ਹੋਵੇ, ਜਿਹਦੇ 'ਚ
ਉਹ ਉਹਦੇ ਨਾਲ ਲੋਕਾਂ ਦੀਆਂ ਸਿਹਤਾਂ ਨਾ ਖਰਾਬ ਹੋਣ, ਜਿਹੜੇ ਲੋਕ ਅੱਜ ਬਿਮਾਰ ਹੋਏ ਪਏ ਇਹ ਬਿਮਾਰ ਨਾ ਹੋਣ, ਤੇ ਉਹ ਉਧਰ ਨੂੰ ਸਾਨੂੰ ਖੇਤੀ ਮਾਡਲ ਖੜਨਾ ਪਊਗਾ ਜਿਹਦੇ ਨਾਲ ਪੰਜਾਬ 'ਚ ਕਿਸਾਨ ਕਰਜ਼ਾਈ ਜਿਹੜੇ ਹੋ ਰਹੇ ਆ ਉਹ ਕਰਜ਼ਾਈ ਨਾ ਹੋਣਗੇ। ਜਦੋਂ ਉਹਨਾਂ ਦਾ ਜ਼ੀਰੋ ਬਜਟ ਖੇਤੀ ਹੋਊਗੀ, ਉਹਨਾਂ ਦਾ ਕੋਈ ਵੀ ਜਿਹੜਾ 1 ਵੀ ਰੁਪਇਆ ਜਿਹੜਾ ਉਹਨਾਂ ਦਾ ਆਪਣੀ ਖੇਤੀ 'ਚ ਜਿਹੜੀ ਆ ਉਹ ਉਹਨਾਂ ਦੇ ਖਰਚੇ ਘਟ ਜਾਣਗੇ। ਇਸ ਤਰ੍ਹਾਂ ਦਾ ਖੇਤੀ ਮਾਡਲ ਚਾਹੀਦਾ, ਉਹ ਛੋਟੀਆਂ ਸੰਤਾਂ ਪਿੰਡਾਂ 'ਚ ਲੱਗਣ ਜਿਸ 'ਚ ਉਹਨਾਂ ਦੇ ਬੱਚਿਆਂ ਨੂੰ ਕੰਮ ਮਿਲੇ, ਖੇਤੀਬਾੜੀ ਦਾ ਆਦਤ ਹੋਣ। ਇਸ ਤਰੀਕੇ ਦਾ ਹੀ ਮਾਡਲ ਚਾਹੁੰਦੇ ਆ ਜਿਹੜਾ ਸਤਨਾਮ ਸਿੰਘ ਜੀ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਆਰਗੈਨਿਕ ਖੇਤੀ ਦੀਆਂ ਗੱਲਾਂ ਨੇ। ਸਤਨਾਮ ਸਿੰਘ ਜੀ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਇਹ ਗੱਲਾਂ ਅੱਜ ਦੇ ਸਮੇਂ ਵਿੱਚ ਮੁਮਕਿਨ ਵੀ ਹੈਗੀਆਂ ਔਰ ਹੋ ਵੀ ਰਹੀਆਂ ਨੇ। ਵੱਖ-ਵੱਖ ਥਾਵਾਂ ਤੇ ਕਿਸਾਨਾਂ ਨੇ ਆਰਗੈਨਿਕ ਖੇਤੀ ਨੂੰ ਆਪਣਾ ਅਦਮੁੱਲ ਆਧਾਰ ਬਣਾ ਲਿਆ। ਤੁਸੀਂ ਗੱਲ ਕਰ ਰਹੇ ਹੋ ਕਿ ਕੋਈ ਅਸੀਂ ਖੇਤੀ ਕਰੀਏ, ਐਸੀ ਖੇਤੀ ਕਰੀਏ ਜਿਹਦੇ ਵਿੱਚ ਰਸਾਇਣ ਦੀ ਜ਼ਰੂਰਤ ਨਾ ਪਏ, ਖਾਦਾਂ ਦੀ ਜ਼ਰੂਰਤ ਨਾ ਪਏ, ਤਾਂ ਉਹ ਆਰਗੈਨਿਕ ਖੇਤੀ ਦੀ ਤੁਸੀਂ ਗੱਲ ਕਰ ਰਹੇ ਹੋ। ਜਿਹੜਾ ਤੁਸੀਂ ਕੁਦਰਤੀ ਜਿਹੜੀ ਗੱਲ ਕਰ ਰਹੇ ਹੋ ਉਹ ਆਰਗੈਨਿਕ ਖੇਤੀ ਹੈ, ਵੱਖ-ਵੱਖ ਕਿਸਾਨਾਂ ਨੇ ਅਪਣਾਉਣੀ ਸ਼ੁਰੂ ਵੀ ਕਰ ਦਿੱਤੀ ਹੈ। ਸਤਨਾਮ ਸਿੰਘ ਜੀ ਲੱਗਦਾ ਸਤਨਾਮ ਸਿੰਘ ਜੀ ਨਾਲ ਸਾਡਾ ਕਨੈਕਸ਼ਨ ਟੁੱਟ ਗਿਆ ਹੈਗਾ। ਅਸੀਂ ਫਿਰ ਦੁਬਾਰਾ ਉਹਨਾਂ ਨਾਲ ਸੰਪਰਕ ਰਾਬਤਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ, ਪਰ ਫਿਲਹਾਲ ਕਿਉਂਕਿ ਸਮਾਂ ਵੀ ਹੋ ਚੱਲਿਆ ਔਰ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ ਅੱਜ ਕਿ ਕਿਸ ਤਰ੍ਹਾਂ ਅੱਗ ਦੀ ਲਪੇਟ ਵਿੱਚ ਕਿਸਾਨਾਂ ਦੇ ਖੇਤ ਵਿਖਾਈ ਦੇ ਰਹੇ ਨੇ ਔਰ ਲਗਾਤਾਰ ਕਿਉਂ ਅੱਜ ਕਿਸਾਨ ਤਲੋ ਮੱਛੀ ਹੋ ਰੱਖਿਆ, ਕਿਉਂਕਿ ਕਿਸਾਨ ਹਮੇਸ਼ਾ ਸੰਘਰਸ਼ ਦੀ ਰਾਹ ਤੇ ਤੁਰਦਾ ਵਿਖਾਈ ਦੇ ਰਿਹਾ ਹੈ ਔਰ ਇਹ ਸੰਘਰਸ਼ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੋ ਰਿਹਾ ਹੈ। ਭਾਵੇਂ ਸਰਕਾਰਾਂ ਕਿਹੜੀਆਂ ਮਰਜ਼ੀਆਂ ਹੋਣ, ਭਾਵੇਂ ਉਹ ਕਾਂਗਰਸ ਸਰਕਾਰ ਹੋਵੇ, ਭਾਜਪਾ ਦੀ ਕੇਂਦਰ ਸਰਕਾਰ ਵਿੱਚ ਹੋਵੇ ਜਾਂ ਫਿਰ ਹੋਵੇ ਪੰਜਾਬ ਵਿੱਚ ਜਿਹੜੀ ਪਿਛਲੀ ਸਰਕਾਰ ਰਹੀ ਹੈ ਅਕਾਲੀ ਭਾਜਪਾ ਦੀ ਸਰਕਾਰ ਰਹੀ ਹੈ, ਤਾਂ ਵੀ ਲਗਾਤਾਰ ਕਿਸਾਨਾਂ ਨੇ ਸੜਕਾਂ ਤੇ ਉਤਰ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਨਿਰਾਸ਼ ਹੀ ਮਹਿਸੂਸ ਕੀਤਾ ਔਰ ਸਰਕਾਰਾਂ ਦੇ ਅੱਗੇ ਉਹਨਾਂ ਨੇ ਹੱਥ ਜ਼ਰੂਰ ਜੋੜੇ ਨੇ ਕਿ ਉਹਨਾਂ ਦੀ ਗੱਲਾਂ ਸੁਣੀਆਂ ਜਾਣ। ਸਰਕਾਰ ਹਮੇਸ਼ਾ ਕਹਿੰਦੀ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਉਹਨਾਂ ਦੀਆਂ ਅਸੀਂ ਗੱਲਾਂ ਸੁਣਦੇ ਰਹੇ ਹਾਂ, ਪਰ ਆਖਰ ਨਤੀਜਾ ਕੀ ਹੋਇਆ ਅੱਜ ਸਾਡੇ ਸਾਹਮਣੇ ਹੈਗਾ। ਕਿਸਾਨ ਸੜਕਾਂ ਤੇ ਉਤਰਦਾ ਵਿਖਾਈ ਦੇ ਰਿਹਾ। ਪਰ ਜਦੋਂ ਅਸੀਂ ਪੋਲਿਊਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਤੁਸੀਂ ਸੁਣ ਹੀ ਲਿਆ ਕਿ ਸਤਨਾਮ ਸਿੰਘ ਜੀ ਜਿਵੇਂ ਦੱਸ ਰਹੇ ਨੇ ਕਿ ਉਹਨਾਂ ਕੋਲ ਕੋਈ ਬਦਲਵਾਂ ਹੱਲ ਨਹੀਂ ਹੈ ਔਰ ਸਰਕਾਰ ਜਿਹੜੀ ਹੈ ਨਾ ਤਾਂ ਕਿਸਾਨਾਂ ਦੀਆਂ ਗੱਲਾਂ ਸੁਣ ਰਹੀ ਹੈ ਅਤੇ ਨਾ ਹੀ ਸਰਕਾਰ ਜਿਹੜੀ ਹੈ ਕਿਸਾਨਾਂ ਦਾ ਪੱਖ ਪੂਰਦੀ ਨਜ਼ਰ ਆ ਰਹੀ ਹੈ। ਐਗਰੀਕਲਚਰ ਯੂਨੀਵਰਸਿਟੀ ਤੇ ਵੀ ਗੰਭੀਰ ਇਲਜ਼ਾਮ ਜ਼ਰੂਰ ਲਗਾਏ ਨੇ ਸਤਨਾਮ ਸਿੰਘ ਜੀ ਨੇ ਕਿ ਲਗਾਤਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਵੱਲੋਂ, ਯੂਨੀਵਰਸਿਟੀਆਂ ਵੱਲੋਂ। ਤੇ ਫਿਲਹਾਲ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਤਾਂ ਜ਼ਰੂਰ ਸਾਡੇ ਸਾਹਮਣੇ ਤੁਸੀਂ ਰੱਖ ਸਕਦੇ ਹੋ, ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ info@cktimetv.com ਅਤੇ ਮੇਰਾ WhatsApp ਨੰਬਰ ਹੈ +1 209 275 3038। ਮੇਰਾ Facebook पेज है @बलंदर ऑफिशियल। बहुत बहुत शुक्रिया प्रोग्राम नजरिया ਨਾਲ ਜੁੜਨ ਦੇ ਲਈ। ਧੰਨਵਾਦ।